ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। 24.4 ਕਰੋੜ ਵੋਟਰਸ ਐਲੀਜੀਬਲ ਨੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ। ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀਆਂ ਇਲੈਕਸ਼ਨਸ ਨਵੰਬਰ 5 ਜਾਂ 24.4 ਕਰੋੜ ਐਲੀਜੀਬਲ ਵੋਟਰਸ ਜਿਨ੍ਹਾਂ ਨੇ ਡਿਸਾਈਡ ਕਰਨਾ ਹੈ ਅਮਰੀਕਾ ਦਾ ਭਵਿੱਖ। ਡੋਨਲਡ ਟਰੰਪ ਜਾਂ ਕਮਲਾ ਹੈਰਿਸ, ਦੋਵਾਂ ਦਾ ਭਵਿੱਖ। ਸਾਰਿਆਂ ਦੀ ਜ਼ੁਬਾਨ ਤੇ ਇੱਕੋ ਹੀ ਸਵਾਲ ਹੈ, ਕੌਣ ਜਿੱਤੂਗਾ। ਪਰ ਉਸ ਤੋਂ ਵੀ ਇੰਪੋਰਟੈਂਟ ਸਵਾਲ ਇਹ ਹੈ, ਕਿਹਨੂੰ ਜਿੱਤਣਾ ਚਾਹੀਦਾ, ਹੂ ਸ਼ੁੱਡ ਵਿਨ। ਇਸ ਸਵਾਲ ਦਾ ਜਵਾਬ ਲੱਭਣਾ, ਕਿਹਨੂੰ ਜਿੱਤਣਾ ਚਾਹੀਦਾ। ਔਰ ਕਾਫੀ ਥਾਵਾਂ ਤੇ ਜਿੱਥੇ ਅਰਲੀ ਵੋਟਿੰਗ ਹੋ ਰਹੀ ਆ ਉੱਥੇ ਤੇ ਜਵਾਬ ਲੱਭ ਲਿਆ ਗਿਆ, ਜਿੱਥੇ ਰਹਿ ਗਈ ਆ ਉੱਥੇ ਲੱਭਣਾ। ਔਰ ਕੁੱਲ ਮਿਲਾ ਕੇ ਨਵੰਬਰ 5 ਦੇ ਉੱਤੇ ਸਭ ਦਾ ਟਾਰਗੇਟ ਆ ਕਿ ਰਿਜ਼ਲਟ ਕੀ ਆਏਗਾ, ਕੌਣ ਜਿੱਤੇਗਾ। ਸਵਾਲ ਉਹੀ, ਕਿਹਨੂੰ ਜਿੱਤਣਾ ਚਾਹੀਦਾ। ਨਾਓ ਸਵਿੰਗ ਸਟੇਟਸ ਦੀ ਹਮੇਸ਼ਾ ਗੱਲ ਹੁੰਦੀ ਰਹਿੰਦੀ ਹੈ। ਵਿਸਕੌਨਸਿਨ, ਪੈਨਸਿਲਵੇਨੀਆ, ਐਰੀਜ਼ੋਨਾ, ਨਿਊ ਹੈਮਸਫਾਇਰ, ਮਿਨੇਸੋਟਾ, ਜਾਰਜੀਆ, ਵਰਜੀਨੀਆ, ਫਲੋਰੀਡਾ, ਮਿਸ਼ੀਗਨ, ਨੇਵਾਡਾ, ਕੋਲੋਰਾਡੋ, ਨਾਰਥ ਕੈਰੋਲੀਨਾ, ਮੇਨ, ਇਹਨਾਂ ਦੀ ਹਮੇਸ਼ਾ ਗੱਲ ਹੁੰਦੀ ਹੈ। ਪੈਨਸਿਲਵੇਨੀਆ ਦੀ ਖਾਸ ਤੌਰ 'ਤੇ ਉੱਥੇ ਬਹੁਤ ਪੈਸਾ ਲਾਇਆ ਗਿਆ, ਐਡ ਕੈਂਪੇਨਸ, ਐਵਰੀਥਿੰਗ, ਕਿਉਂਕਿ ਉੱਥੇ ਜ਼ਿਆਦਾ ਕੁਝ ਲੱਗਦਾ ਹੋਏਗਾ ਕੁਸ਼ਤੀ ਦਾ ਮੁਕਾਬਲਾ ਦੋਵੇਂ ਕੈਂਡੀਡੇਟਸ ਨੂੰ, ਦੋਵੇਂ ਪਾਰਟੀਜ਼ ਨੂੰ। ਇਸ ਕਰਕੇ ਕੁੱਲ ਮਿਲਾ ਕੇ ਸਥਿਤੀ ਇਹ ਆ ਕਿ ਜਿਹੜੀਆਂ ਸਵਿੰਗ ਸਟੇਟਸ ਨੇ ਉਹਨਾਂ ਦਾ ਕਾਫੀ ਅਸਰ ਹੋਣ ਵਾਲਾ ਹੈ ਇਲੈਕਸ਼ਨਸ ਦੇ ਰਿਜ਼ਲਟਸ ਦੇ ਉੱਤੇ। ਔਰ ਇਹਨਾਂ ਸਟੇਟਸ ਦੇ ਵਿੱਚ ਕਮਲਾ ਹੈਰਿਸ, ਡੋਨਲਡ ਟਰੰਪ ਆਪਣੇ ਆਪਣੇ ਮੈਸੇਜ ਨੂੰ ਬਹੁਤ ਪਿਆਰੀ ਤਰ੍ਹਾਂ ਟੇਲਰ ਕਰਕੇ, ਕਟਿੰਗ ਕਰਕੇ, ਜਿਵੇਂ ਟੇਲਰ ਮਾਸਟਰ ਸਾਡੇ ਕੱਪੜੇ ਸਿਉਂਦੇ ਨੇ, ਇੱਦਾਂ ਮੈਸੇਜ ਨੂੰ ਟੇਲਰ ਕਰਕੇ, ਕਟਿੰਗ ਕਰਕੇ, ਡਿਜ਼ਾਈਨ ਬਣਾ ਕੇ ਹਰ ਥਾਂ 'ਤੇ ਵੱਖਰੇ ਵੱਖਰੇ ਲੋਕਾਂ ਦੇ ਸਾਹਮਣੇ ਪ੍ਰੈਜ਼ੈਂਟ ਕਰ ਰਹੇ ਨੇ। ਇਹ ਪ੍ਰੈਜ਼ੈਂਟੇਸ਼ਨ ਦੀ ਸਾਰੀ ਗੇਮ ਹੈ। ਸੋ ਲੋਕਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼, ਆਪਣੇ ਪਾਲੇ ਵਿੱਚ ਲਿਆਉਣ ਦੀ ਕੋਸ਼ਿਸ਼। ਇੰਡੀਆ ਇੰਟਰਨੈਸ਼ਨਲ, ਕੁਝ ਉਹ ਮੁੱਦੇ ਜੋ ਸਾਡਾ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਨੇ। ਸੋ 3 ਚੀਜ਼ਾਂ ਚੱਲਦੀਆਂ ਪਈਆਂ ਨੇ ਪੂਰੀ ਦੁਨੀਆ ਦੇ ਵਿੱਚ। Elections of United States of America, number 1. Number 2, Israel-Gaza war. Number 3, Ukraine war. ਸੋ ਇੱਥੇ ਆ ਕੇ ਫੋਰਨ ਪਾਲਿਸੀ ਦੀ ਗੱਲ ਜ਼ਰੂਰ ਹੁੰਦੀ ਆ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਫੋਰਨ ਪਾਲਿਸੀ ਐਂਡ ਡੋਨਲਡ ਟਰੰਪ ਦੀ ਫੋਰਨ ਪਾਲਿਸੀ, ਕਿਉਂਕਿ ਕਮਲਾ ਹੈਰਿਸ ਤੇ ਉਹੀ ਕਰਨ ਜਾ ਰਹੇ ਨੇ ਜੋ ਬਾਈਡਨ ਕਰ ਰਹੇ ਨੇ, ਔਰ ਇੱਕ ਆਪਣੀ ਅਲੱਗ ਪਛਾਣ ਬਣਾਉਣ ਦੀ ਕੋਸ਼ਿਸ਼ ਜੋ ਕਰਨੀ ਵੀ ਚਾਹੀਦੀ ਆ। ਸੋ ਡੋਨਲਡ ਟਰੰਪ ਤੇ ਕਮਲਾ ਹੈਰਿਸ ਦਾ ਆਪਸ ਦੇ ਵਿੱਚ ਕੰਪੈਰੀਜ਼ਨ, ਇਹ ਇਸ ਵਕਤ ਖੂਬ ਚੱਲਦਾ ਪਿਆ ਸਾਰੇ ਚੈਨਲਸ ਦੇ ਉੱਤੇ। ਕੁਰਸੀਆਂ ਢਾਹ ਕੇ, ਟਾਈਆਂ ਲਾ ਕੇ, ਸੱਜ ਬੱਜ ਕੇ ਬੈਠੇ ਨੇ, ਡਿਬੇਟ ਹੁੰਦੀ ਪਈ ਹੈ, ਐਕਸਪਰਟਸ ਬੈਠੇ ਨੇ, ਐਂਕਰਸ ਬੈਠੇ ਨੇ, ਔਰ ਕਿਤੇ ਆਨਲਾਈਨ ਹੁੰਦੀ ਪਈ ਹੈ, ਕਿਤੇ ਸਟੂਡੀਓ ਦੇ ਵਿੱਚ ਹੁੰਦੀ ਪਈ ਹੈ। ਐਵਰੀਥਿੰਗ ਚੱਲਦਾ ਪਿਆ ਔਰ ਹਰ ਚੈਨਲ 'ਤੇ ਪੂਰੀ ਦੁਨੀਆ ਦੇ ਵਿੱਚ ਚੱਲਦਾ ਪਿਆ, ਕਿਉਂਕਿ ਪੂਰੀ ਦੁਨੀਆ ਦੇ ਪੋਲੀਟਿਕਸ ਦੇ ਉੱਤੇ, ਯਾਨੀ ਜੀਓ ਪੋਲੀਟਿਕਸ ਦੇ ਉੱਤੇ ਇਹਦਾ ਅਸਰ ਹੋਣ ਵਾਲਾ ਹੈ, ਅਤੇ ਜੀਓ ਇਕੋਨਮੀ ਦੇ ਉੱਤੇ ਵੀ, ਜਾਂ ਜੀਓ ਇਕਨੋਮਿਕਸ, ਪੂਰੀ ਦੁਨੀਆ ਦੀ ਇਕੋਨਮੀ, ਜਾਂ ਇਸ ਕਰਕੇ। ਸੋ ਕੰਪੈਰੀਜ਼ਨ, ਹੁਣ ਇਹ ਕੰਪੈਰੀਜ਼ਨ ਕਮਲਾ ਹੈਰਿਸ ਤੇ ਡੋਨਲਡ ਟਰੰਪ ਦਾ ਕਹਿ ਲਓ, ਜਾਂ ਜੋ ਬਾਈਡਨ ਤੇ ਡੋਨਲਡ ਟਰੰਪ ਦਾ ਕਹਿ ਲਓ, ਵਨ ਐਂਡ ਦ ਸੇਮ ਥਿੰਗ। ਕਿਉਂਕਿ ਡੋਨਲਡ ਟਰੰਪ ਆਪਣੀ ਜਗ੍ਹਾ ਮੌਜੂਦ ਨੇ, ਪਰ ਜੋ ਬਾਈਡਨ ਨੇ ਅੱਗੇ ਮਸ਼ਾਲ ਦੇ ਦਿੱਤੀ ਹੈ ਕਮਲਾ ਹੈਰਿਸ ਨੂੰ। ਨਾਓ ਸਵਾਲ ਇੱਥੇ ਇਹ ਆਉਂਦਾ ਕਿ ਜੋ ਪਹਿਲੀ ਟਰਮ ਸੀ ਡੋਨਲਡ ਟਰੰਪ ਦੀ, ਉਹ ਬੈਟਰ ਸੀ ਜੋ ਬਾਈਡਨ ਨਾਲੋਂ, ਜਿਹੜੀ ਹੁਣ ਚੱਲਦੀ ਪਈ ਆ ਡੋਨਲਡ ਟਰੰਪ ਦੀ ਬੈਟਰ ਸੀ। ਉਹ ਕੰਪੈਰੀਜ਼ਨ ਤੇ ਜੇ ਸੈਕਿੰਡ ਟਰਮ ਚਾਹੁੰਦੇ ਨੇ ਤਾਂ ਜਿੱਦਾਂ ਦੀਆਂ ਉਹ ਗੱਲਾਂ ਕਹਿ ਰਹੇ ਨੇ, ਜਿੱਦਾਂ ਦੇ ਵਿਚਾਰ ਦੇ ਰਹੇ ਨੇ ਉਹਨਾਂ ਦੇ ਸਹਿਯੋਗੀ JD ਵੀ, ਤਾਂ ਇਹ ਸਾਰੇ ਵਿਚਾਰ, ਇਹ ਸਾਰੀ ਵਿਚਾਰਧਾਰਾ ਸੂਟ ਕਰਦੀ ਆ ਐਟ ਪ੍ਰੈਜ਼ੈਂਟ ਅਮਰੀਕਾ ਨੂੰ। 2016 ਦੇ ਵਿੱਚ ਜਦੋਂ ਉਹ ਬਣੇ ਡੋਨਲਡ ਟਰੰਪ ਪ੍ਰੈਜ਼ੀਡੈਂਟ ਆਫ ਅਮਰੀਕਾ, ਉਦੋਂ ਉਹਨਾਂ ਦੇ ਵਿਚਾਰ ਕਿੱਦਾਂ ਦੇ ਸੀ, ਉਹਨਾਂ ਦੀ ਵਿਚਾਰਧਾਰਾ ਕਿੱਦਾਂ ਦੀ ਸੀ, ਔਰ ਹੁਣ ਉਹਦੇ 'ਚ ਕੀ ਚੇਂਜ ਆ ਗਈ ਹੈ। ਇਹ ਕੰਪੈਰੀਜ਼ਨ ਹੋ ਰਿਹਾ ਇੱਕ ਪਾਸੇ, ਤੇ ਡੋਨਲਡ ਟਰੰਪ ਤੇ ਕਮਲਾ ਹੈਰਿਸ ਜੋ ਬਾਈਡਨ ਦਾ ਕੰਪੈਰੀਜ਼ਨ ਹੋ ਰਿਹਾ ਇੱਕ ਪਾਸੇ। 2016 ਦੇ ਡੋਨਲਡ ਟਰੰਪ ਤੇ 2024 ਦੇ ਡੋਨਲਡ ਟਰੰਪ, ਇਹਨਾਂ ਦਾ ਕੰਪੈਰੀਜ਼ਨ ਹੋ ਰਿਹਾ, ਕਿਉਂਕਿ ਇਹ ਵੀ 2 ਪਰਸਨੈਲਿਟੀਜ਼ ਨੇ। 4 ਸਾਲ ਬੀਤ ਗਏ, ਕੀ ਵਿਚਾਰਾਂ ਦੇ ਵਿੱਚ ਪਰਿਵਰਤਨ ਆਇਆ, ਕੰਮ ਕਰਨ ਦੇ ਸ਼ੈਲੀ 'ਚ ਕੀ ਪਰਿਵਰਤਨ ਆਇਆ, ਔਰ ਨਾਲ ਇਸ ਵਾਰ ਇਲੈਕਸ਼ਨਸ ਦੇ ਵਿੱਚ 2 ਵਾਰੀ ਉਹਨਾਂ ਦੀ ਜ਼ਿੰਦਗੀ ਨੂੰ ਖਤਮ ਕਰਨ ਵਾਸਤੇ ਕੋਸ਼ਿਸ਼ ਕੀਤੀ ਗਈ। ਉਹਨਾਂ ਦੋਵਾਂ ਘਟਨਾਵਾਂ ਦਾ ਕੀ ਅਸਰ ਪਿਆ ਹੈ
ਡੋਨਲਡ ਟਰੰਪ ਦੀ ਵਿਚਾਰਧਾਰਾ ਦੇ ਉੱਤੇ ਔਰ ਕੀ ਪ੍ਰਭਾਵ ਪੈ ਕੇ परिवर्तन की आया। ये सारे कंपैरिजन, ये सारे पॉइंट्स, ये सारे डॉट्स जोड़ के देखे जा रहे हैं। एक्सपर्ट्स ने ਹੁਣ ਕੋਈ ਨਾ ਕੋਈ ਕੰਮ ਤਾਂ ਕਰਨਗੇ ਹੀ। ਐਕਸਪਰਟਸ ਨੇ ਐਕਸਪਰਟਸ ਵਾਲਾ ਕੰਮ ਕਰਨਾ ਔਰ ਲੋਕਾਂ ਨੂੰ ਇਹ ਪਰਤਾਂ ਖੋਲ ਕੇ ਦੱਸਣੀਆਂ ਨੇ ਕਿ ਬਈ ਆਹ ਗੱਲ ਤੇ ਆਹ ਬਾਤ, ਆਹ ਸੱਚ ਤੇ ਆਹ ਝੂਠ, ਇਹ ਉਹਨਾਂ ਦਾ ਜੌਬ ਹੈ। ਇਟ ਇਜ਼ देयर ਜੌਬ। ਨਾਓ ਹੁਣ ਆਮ ਪਬਲਿਕ ਦੀ ਕੀ ਜੌਬ ਆ? ਉਹ ਇਹਨਾਂ ਨੂੰ ਸੁਣੇ, ਇਹਨਾਂ ਦੇ ਓਪੀਨੀਅਨ ਸੁਣੇ, ਪਰ ਸੋਚ ਆਪਣੀ ਰੱਖੇ। ਇਹ ਨਹੀਂ ਕਿ ਇਹਨਾਂ ਦੇ ਓਪੀਨੀਅਨ ਦੇ ਮੁਤਾਬਿਕ ਆਪਣੀ ਸੋਚ ਨੂੰ ਇਹਨਾਂ ਦੇ ਹੱਥ ਦੇ ਵਿੱਚ ਦੇ ਦੇਵੇ, ਆਪਣੀ ਸੋਚ ਨੂੰ ਸਰੈਂਡਰ ਕਰ ਦੇਵੇ ਇਹਨਾਂ ਦੇ ਸਾਹਮਣੇ, ਜਾਂ ਆਪਣਾ ਰਿਮੋਟ ਕੰਟਰੋਲ ਇਹਨਾਂ ਦੇ ਹੱਥ ਦੇ ਵਿੱਚ ਦੇ ਦੇਵੇ। ਨੋ ਨੋ ਨੋ, ਆਪਣਾ ਰਿਮੋਟ ਕੰਟਰੋਲ ਆਪਣੇ ਹੱਥ ਦੇ ਵਿੱਚ ਰੱਖੋ। ਆਪਣੀ ਸੋਚ ਜੈਨੂਅਨ, ਸੁਣੋ ਸਭ ਕੀ, ਕਰੋ ਆਪਣੇ ਮਨ ਕੀ, ਇਹ ਸਿਆਣੇ ਕਹਿੰਦੇ ਨੇ। ਸੋ ਤੁਹਾਡੇ ਮਨ ਦੀ ਆਵਾਜ਼ ਕੀ ਆ, ਇਸ ਚੀਜ਼ ਦੇ ਉੱਤੇ ਧਿਆਨ ਦੇਣਾ। ਔਰ ਇੱਕ ਥਾਂ ਦੇ ਉੱਤੇ ਡੋਨਲਡ ਟਰੰਪ ਦੇ ਕੈਂਪੇਨ ਵਿੱਚ ਇਹ ਵੀ ਗੱਲ ਹੋਈ ਸੀ, ਸੋਲ ਟੂ ਦ ਪੋਲ, ਮਤਲਬ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਪਾਓ ਜੀ ਵੋਟ। ਔਰ ਰਿਲੀਜੀਅਸ ਲੀਡਰਸ ਨੇ ਇਸ ਚੀਜ਼ ਦੀ ਨਿੰਦਾ ਕੀਤੀ ਕਿ ਸੋਲ ਦਾ ਕੀ ਕੰਮ ਹੈ ਇਹਦੇ ਵਿੱਚ, ਸੋਲ ਨੂੰ ਕਿਉਂ ਲੈ ਕੇ ਜਾਣਾ ਪੋਲ ਦੇ ਵਿੱਚ? ਇਹ ਤੇ ਦੁਨੀਆ ਦੀਆਂ ਖੇਡਾਂ ਨੇ, ਮਨ ਦੀ ਗੇਮ ਹੈ, ਇਹ ਤੇ ਇਲੈਕਸ਼ਨਸ ਨੇ, ਇਹਦੇ 'ਚ ਰੱਬ ਕਿੱਥੋਂ ਇਨਵੋਲਵ ਕਰਕੇ ਤੁਸੀਂ ਸੋਲ ਦੀ ਗੱਲ ਕਰਨ ਲੱਗ ਪਏ ਹੋ? ਇਸ ਚੀਜ਼ ਨੂੰ ਲੈ ਕੇ ਕ੍ਰਿਟੀਸਾਈਜ਼ ਕੀਤਾ ਗਿਆ। ਹਾਲਾਂਕਿ ਡੋਨਲਡ ਟਰੰਪ ਇੱਕ ਆਪਣੇ ਬਾਈਬਲ ਦੀ ਵੀ ਗੱਲ ਕਰ ਰਹੇ ਨੇ, ਉਹ तमाम ਗੱਲਾਂ ਕਰਦੇ ਪਏ ਨੇ, ਹਰ ਫਰੰਟ ਤੇ ਖੇਡਦੇ ਪਏ ਨੇ ਔਰ ਹਰ ਫਰੰਟ ਦੇ ਉੱਤੇ ਹਰ ਤਰ੍ਹਾਂ ਦੇ ਕੇਸਿਸ ਵੀ ਹੁੰਦੇ ਪਏ ਨੇ ਕੋਰਟਸ ਦੇ ਵਿੱਚ, ਇਲੈਕਸ਼ਨਸ ਦੇ ਉੱਤੇ, ਇਲੈਕਸ਼ਨਸ ਦੇ ਹਰ ਪਹਿਲੂ ਦੇ ਉੱਤੇ ਉਹ ਵੀ ਨਾਲ ਚੱਲਦੇ ਪਏ ਨੇ। ਕਿਤੇ ਨਾ ਕਿਤੇ ਇਹ ਵੀ ਗੱਲ ਸੁਣਨ ਨੂੰ ਆਉਂਦੀ ਹੈ ਕਿ ਲੋਕਾਂ ਨੇ ਤਾਂ ਡਿਸਾਈਡ ਕਰਨਾ ਹੀ ਕਰਨਾ ਹੈ ਕਿ ਵੋਟਾਂ ਪਾ ਕੇ ਕਿਹਨੂੰ ਜਿਤਾਉਣਾ ਤੇ ਕਿਹਨੂੰ ਹਰਾਉਣਾ ਹੈ। ਕੋਰਟਸ ਵੀ ਪ੍ਰਭਾਵ ਪਾਉਂਦੀਆਂ ਪਈਆਂ ਨੇ ਕਿਹਨੂੰ ਜਿਤਾਉਣਾ ਤੇ ਕਿਹਨੂੰ ਹਰਾਉਣਾ, ਕਿਉਂਕਿ ਉਹਨਾਂ ਦਾ ਪ੍ਰੋਸੀਜਰ ਹੈ, ਉਹਦਾ ਪ੍ਰਭਾਵ ਤੇ ਪਏਗਾ ਲੋਕਾਂ ਦੇ ਮਨਾਂ ਦੇ ਉੱਤੇ ਔਰ ਲੋਕ ਫਿਰ ਉਹਦੇ ਮੁਤਾਬਿਕ ਡਿਸਾਈਡ ਕਰਦੇ ਨੇ। ਸੋ ਇਹ ਦੋਵੇਂ ਚੀਜ਼ਾਂ ਇਕੱਠੀਆਂ ਚੱਲਦੀਆਂ ਪਈਆਂ ਨੇ। ਐਂਡ ਫੋਰਨ ਪਾਲਿਸੀ ਦੀ ਗੱਲ ਜ਼ਰੂਰ ਹੁੰਦੀ ਆ। ਆਪਾਂ ਹਮੇਸ਼ਾ ਡਿਬੇਟ ਕਰਦੇ ਹਾਂ, ਹਮੇਸ਼ਾ ਗੱਲਬਾਤ ਕਰਦੇ ਹਾਂ ਜੀ। ਇਮੀਗ੍ਰੈਂਟਸ ਦੀ ਗੱਲ ਹੁੰਦੀ ਆ, ਉਹ ਵੀ ਕਿਤੇ ਨਾ ਕਿਤੇ ਫੋਰਨ ਪਾਲਿਸੀ ਦੇ ਨਾਲ ਆ ਕੇ ਜੁੜ ਜਾਂਦੀ ਆ। ਆਪਾਂ ਬਾਕੀ ਫਿਰ ਜਿਹੜੇ ਲੋਕਲ ਮੈਟਰਸ ਨੇ, ਅਬੋਰਸ਼ਨ ਹੋਇਆ, ਮਹਿੰਗਾਈ ਹੈ ਨਾ, ਘਰ ਕਿਵੇਂ ਬਣਾ ਕੇ ਦੇਣੇ ਨੇ ਲੋਕਾਂ ਨੂੰ, ਇਹ ਵੀ ਸਾਰੀਆਂ ਗੱਲਾਂ ਹੁੰਦੀਆਂ ਨੇ। ਬਹੁਤ ਤਰ੍ਹਾਂ ਦੀਆਂ ਗੱਲਾਂ ਨੇ। ਹੈਲਥ ਕੇਅਰ ਸਿਸਟਮ ਹੈ, ਐਜੂਕੇਸ਼ਨ ਸਿਸਟਮ ਹੈ, ਇਕੋਨਮੀ ਨੂੰ ਐਂਟਰਪ੍ਰੈਨਿਓਰਸ ਕਿੱਦਾਂ ਮਿਲਣੇ ਚਾਹੀਦੇ ਨੇ, ਐਂਡ ਓਪਰਚੁਨਿਟੀ ਇਕੋਨਮੀ ਕੀ ਹੈ, तमाम ਤਰ੍ਹਾਂ ਦੀਆਂ ਗੱਲਾਂ ਆਪਾਂ ਅਕਸਰ ਕਰਦੇ ਹਾਂ। ਨਾਓ ਇਸ ਵਕਤ ਫੋਰਨ ਪਾਲਿਸੀ ਦੀ ਜ਼ਿਆਦਾ ਗੱਲ ਹੋ ਰਹੀ ਹੈ ਔਰ ਫੋਰਨ ਪਾਲਿਸੀ ਦੇ ਕੰਟੈਕਸਟ ਦੇ ਵਿੱਚ, ਫੋਰਨ ਪਾਲਿਸੀ ਦੀ ਰੌਸ਼ਨੀ ਦੇ ਵਿੱਚ ਯੂਕਰੇਨ ਦੀ ਲੜਾਈ, ਇਜ਼ਰਾਈਲ ਤੇ ਗਾਜ਼ਾ ਦੀ ਲੜਾਈ। ਇਜ਼ਰਾਈਲ ਨੇ ਅਟੈਕ ਮਾਰਿਆ ਕਿਉਂਕਿ ਈਰਾਨ ਨੇ ਅਟੈਕ ਮਾਰਿਆ। ਹੁਣ ਦੋਵੇਂ ਆਪਸ ਦੇ ਵਿੱਚ ਅਟੈਕ ਮਾਰਦੇ ਪਏ ਨੇ, ਪਰ ਇਹ ਗੱਲ ਦੋਵੇਂ ਕਹਿੰਦੇ ਪਏ ਨੇ ਕਿ ਇੱਕ ਲਿਮਿਟ ਦੇ ਵਿੱਚ ਹੈ ਜੀ, ਲਿਮਿਟ ਤੋਂ ਬਾਹਰ ਨਹੀਂ ਅਸੀਂ ਜਾ ਰਹੇ। ਖਾਸ ਕਰਕੇ ਨਿਊਕਲੀਅਰ ਵੈਪਨਸ ਦਾ ਇਸਤੇਮਾਲ ਨਹੀਂ ਕਰ ਰਹੇ ਕਿਉਂਕਿ ਬਾਈਡਨ ਨੂੰ ਦੋਵਾਂ ਨੇ ਐਸ਼ੋਰ ਕੀਤਾ। ਇਜ਼ਰਾਈਲ ਨੇ ਕਿਹਾ ਕਿ ਮੈਂ ਨਹੀਂ ਕਰਾਂਗਾ ਔਰ ਈਰਾਨ ਨੇ ਵੀ ਕਿਹਾ ਕਿ ਮੈਂ ਗੱਲਬਾਤ ਕਰਾਂਗਾ ਜੋ ਬਾਈਡਨ ਦੇ ਨਾਲ ਨਿਊਕਲੀਅਰ ਵੈਪਨਸ ਦੇ ਉੱਤੇ, ਹੈ ਨਾ, ਜਿਹਨੂੰ ਆਪਾਂ ਕਹਿੰਦੇ ਹਾਂ ਲੈਣ ਦੇਣ ਵਾਲੀ ਗੱਲ ਹੁੰਦੀ ਆ। ਜੇ ਆਇਲ ਦੀ ਗੱਲ ਕਰੋ ਤਾਂ ਆਇਲ ਦੇ ਉੱਤੇ ਵੀ ਇਜ਼ਰਾਈਲ ਕਹਿੰਦਾ ਮੈਂ ਅਟੈਕ ਨਹੀਂ ਮਾਰਾਂਗਾ। ਔਰ ਇੱਧਰ ਅਮਰੀਕਾ ਦਾ ਜਿਹੜਾ ਟ੍ਰੇਡ ਹੈ ਉਹ ਕਹਿੰਦੇ ਨੇ ਕਿ ਅਸੀਂ ਆਇਲ ਦੇ ਟ੍ਰੇਡ ਦੇ ਵਿੱਚ ਦੇਖਾਂਗੇ ਈਰਾਨ ਤੇ ਇਜ਼ਰਾਈਲ ਵਿੱਚੋਂ ਸਾਨੂੰ ਕੌਣ ਬੈਟਰ ਆਫਰ ਦਿੰਦਾ। ਦੇਖੋ ਹੁਣ ਵਪਾਰ ਵੀ ਨਾਲ ਹੈ ਤੇ ਲੜਾਈ ਵੀ ਨਾਲ ਹੈ, ਦੋਵੇਂ ਇਕੱਠੇ ਚੱਲਦੇ ਨੇ, ਇਹ ਗੇਮ ਆ। ਨਾਓ ਹੁਣ ਇੱਥੇ ਆ ਕੇ ਫੋਰਨ ਪਾਲਿਸੀ ਆ ਕੇ ਫਸਦੀ ਆ ਕਿ ਯੂਕਰੇਨ ਨੂੰ ਹਰ ਵਾਰ ਫੰਡ ਦਿੱਤੇ ਜਾਂਦੇ ਨੇ। ਫਿਲਹਾਲ ਜ਼ੈਲੈਂਸਕੀ ਹੋਰਾਂ ਨੂੰ ਕਹਿ ਦਿੱਤਾ ਗਿਆ ਬਈ ਨਵੰਬਰ 5 ਤੱਕ ਸਬਰ ਕਰੋ, ਆ ਜਿਹੜਾ ਤੁਹਾਨੂੰ ਸਪੋਰਟ ਦਿੰਦੇ ਪਏ ਆ ਉਹਦੇ ਨਾਲ ਗੁਜ਼ਾਰਾ ਕਰੋ, ਬਾਕੀ ਨਵੰਬਰ 5 ਤੋਂ ਬਾਅਦ ਦੇਖਦੇ ਹਾਂ। ਔਰ ਜ਼ੈਲੈਂਸਕੀ ਦੇ ਪੈਰਾਂ ਥੱਲੋਂ ਵੀ ਜ਼ਮੀਨ ਨਿਕਲੀ ਹੋਈ ਹੈ। ਉਹ ਥਾਂ ਥਾਂ 'ਤੇ ਆਪਣੀ ਵਿਕਟਰੀ ਪਲਾਨ ਲੈ ਕੇ ਜਾ ਰਹੇ ਨੇ ਵੀ ਅਸੀਂ ਕਿੱਦਾਂ ਜਿੱਤ ਸਕਦੇ ਹਾਂ, ਰਸ਼ੀਆ ਨੂੰ ਕਿੱਦਾਂ ਹਰਾ ਸਕਦੇ ਹਾਂ ਔਰ ਇਸ ਕਰਕੇ ਮੈਨੂੰ ਸਪੋਰਟ ਦਿਓ। ਔਰ ਨਾਲ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਇਸ ਕਰਕੇ ਨਿਕਲੀ ਹੋਈ ਹੈ ਕਿ ਜੇ ਜੋ ਬਾਈਡਨ ਦੀ ਪਾਲਿਸੀ ਚੱਲਦੀ ਆ ਤਾਂ ਅੱਗਾ ਕਮਲਾ ਹੈਰਿਸ ਚਾਹੀਦੀ ਆ, ਤੇ ਕਮਲਾ ਹੈਰਿਸ ਆ ਗਈ ਤੇ ਫਿਰ ਉਹ ਤੇ ਜੋ ਬਾਈਡਨ ਦੀ ਪਾਲਿਸੀ ਚੱਲੇਗੀ, ਮੈਨੂੰ ਸਪੋਰਟ ਮਿਲੇਗੀ। ਤੇ ਜੇ ਆ ਗਏ ਡੋਨਲਡ ਟਰੰਪ, ਦੈਨ ਵਾਟ? ਕਿਉਂਕਿ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਹੀ ਨਹੀਂ ਇਸ ਲੜਾਈ ਦੇ, ਉਹ ਤੇ ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਪੁਤਿਨ ਨੂੰ ਫੇਵਰ ਕਰ ਜਾਂਦੇ ਜਦੋਂ ਕਹਿੰਦੇ ਨੇ ਕਿ ਇਹ ਲੜਾਈ ਦਾ ਮੂਲ ਕਾਰਨ ਜ਼ੈਲੈਂਸਕੀ ਆ, ਕਿ ਜਦੋਂ ਰਸ਼ੀਆ ਨੇ ਇਹ ਸਟੈਪ ਲਿੱਤਾ ਸੀ ਤੇ ਤੁਸੀਂ ਫਿਰ ਇੰਟਰਨੈਸ਼ਨਲ ਬਾਡੀਜ਼ ਕੋਲ ਕਿਉਂ ਨਹੀਂ ਗਏ, ਤੁਸੀਂ ਇੰਟਰਨੈਸ਼ਨਲ ਕਮਿਊਨਿਟੀ ਕੋਲ ਕਿਉਂ ਨਹੀਂ ਗਏ, ਵੱਡੇ ਵੱਡੇ ਦੇਸ਼ਾਂ ਕੋਲ ਕਿਉਂ ਨਹੀਂ ਗਏ, ਤੁਸੀਂ ਉਹਨਾਂ ਨੂੰ ਕਿਹਾ ਕਿਉਂ ਨਹੀਂ ਬਈ ਆਹ ਕੀ ਆ? ਤੁਸੀਂ ਨਾਟੋ ਦੀ ਸ਼ਹਿ ਦੇ ਉੱਤੇ
ਪੰਗਾ ਲੈ ਕੇ ਬਹਿ ਗਏ ਹੋ ਤੇ ਹੁਣ ਤੱਕ ਪੰਗਾ ਚੱਲਦਾ ਪਿਆ, 2.5 ਸਾਲ ਤੋਂ ਉੱਤੇ ਹੋ ਗਏ ਨੇ ਤੁਹਾਨੂੰ। ਹੁਣ ਵਿਕਟਰੀ ਪਲਾਨ ਲੈ ਕੇ ਕਦੀ ਡੋਨਲਡ ਟਰੰਪ ਕੋਲ ਵੀ ਆ ਜਾਂਦੇ ਨੇ ਵੀ ਆਹ ਦੇਖੋ, ਜੇ ਦਰਵਾਜ਼ੇ ਬਾਰੀਆਂ ਬੰਦ ਕਰ ਦਿਓ ਦੋਵੇਂ ਇਕੱਲੇ ਬਹਿ ਕੇ ਬਾਤ ਕਰਾਂਗੇ ਵੀ ਆਹ ਵਿਕਟਰੀ ਪਲਾਨ ਹੈਗੀ ਹੈ, ਚਲੋ ਵਾਟ ਐਵਰ। ਔਰ ਡੋਨਲਡ ਟਰੰਪ ਆਫੀਸ਼ੀਅਲ ਸਟੇਟਮੈਂਟ ਦਿੰਦੇ ਨੇ, ਓਕੇ ਜੀ ਇਹ ਵਿਕਟਰੀ ਪਲਾਨ ਦੇ ਮੁਤਾਬਿਕ ਤਾਂ ਮੈਂ ਇੱਦਾਂ ਚੁਟਕੀਆਂ ਦੇ ਵਿੱਚ ਯੁੱਧ ਸਮਾਪਤ ਕਰ ਦਾਂਗਾ ਜਿਹੜਾ ਯੂਕਰੇਨ ਤੇ ਰਸ਼ੀਆ ਦਾ। ਹੁਣ ਸਮਾਪਤ ਤੇ ਸੀਜ਼ ਫਾਇਰ ਹੋਏਗੀ, ਪਰ ਜ਼ੈਲੈਂਸਕੀ ਕਹਿੰਦੇ ਨੇ ਮੈਂ ਗੋਡਿਆਂ ਭਾਰ ਲੈ ਕੇ ਆਉਣਾ ਪੁਤਿਨ ਨੂੰ। ਹੁਣ ਪੁਤਿਨ ਗੋਡਿਆਂ ਭਾਰ ਆਉਂਦੇ ਨੇ, ਐਡੀ ਵੱਡੀ ਮਾਸਕੋ ਦੀ ਵਾਰ ਮਸ਼ੀਨ। ਇਹ ਸਭ ਗੱਲਾਂ ਬਾਤਾਂ ਫੋਰਨ ਪਾਲਿਸੀ ਦੇ ਉੱਤੇ ਆਉਂਦੀਆਂ ਪਈਆਂ ਨੇ। ਇਸ ਕਰਕੇ ਜ਼ੈਲੈਂਸਕੀ ਨੂੰ ਕਿਹਾ ਗਿਆ ਕਿ ਤੁਸੀਂ ਨਵੰਬਰ 5 ਤੱਕ ਬੈਠੋ ਆਰਾਮ ਦੇ ਨਾਲ, ਜਿਹੜੇ ਲੌਂਗ ਰੇਂਜ ਵੈਪਨਸ ਤੁਹਾਨੂੰ ਦਿੱਤੇ ਹੋਏ ਨੇ, ਜਿਹੜਾ ਤੁਸੀਂ ਕਾਹਲੇ ਪਏ ਹੋ ਉਹਨੂੰ ਇਸਤੇਮਾਲ ਕਰਨ ਦੇ ਰੁਕ ਜਾਓ, ਹਜੇ ਵੈਪਨ ਨੂੰ ਰੱਖੋ, 5 ਨਵੰਬਰ ਤੋਂ ਬਾਅਦ ਦੇਖਦੇ ਹਾਂ। ਸੋ ਉਹਨਾਂ ਨੂੰ ਆਪਣੀ ਪਸੂੜੀ ਪਈ ਹੋਈ ਹੈ ਕਿ ਜੇ ਡੋਨਲਡ ਟਰੰਪ ਆ ਗਏ ਤੇ ਕਮਲਾ ਹੈਰਿਸ ਆ ਗਏ ਤੇ ਉਹਨਾਂ ਦੀ ਸਪੋਰਟ ਦਾ ਕੀ ਹੋਏਗਾ। ਇਹ ਕਿਉਂਕਿ ਹਰੇਕ ਨੂੰ ਆਪਣੀ ਆਪਣੀ ਪਈ ਹੋਈ ਹੈ ਔਰ ਹਰ ਥਾਂ ਤੇ ਜਾਂਦੇ ਨੇ, ਔਰ ਲੋਕ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਨੇ ਨਾਟੋ ਕੰਟਰੀਜ਼, ਉਹ ਉਹਨਾਂ ਤੋਂ ਥੱਕ ਵੀ ਚੁੱਕੇ ਨੇ ਤੇ ਅੱਕ ਵੀ ਚੁੱਕੇ ਨੇ। ਔਰ ਐਕਸਪਰਟਸ ਕਹਿੰਦੇ ਨੇ ਕਿਤੇ ਨਾ ਜ਼ੈਲੈਂਸਕੀ ਦੇ ਸੁਭਾਅ ਦੇ ਵਿੱਚ ਜਿਹੜੀਆਂ ਕਾਲੀਆਂ ਪੈਂਦੀਆਂ ਨੇ ਉਹ ਬਚਪਨਾ ਲੱਗਦਾ, ਬਚਕਾਨਾ ਲੱਗਦਾ। ਪ੍ਰੈਜ਼ੀਡੈਂਟ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਜਿੱਦਾਂ ਦੀ ਉਹ ਗੱਲਬਾਤ ਕਰ ਜਾਂਦੇ ਨੇ। ਇਮੈਚਿਓਰ, ਕਈ ਵਾਰ ਇੱਕ ਸਿਆਣੇ ਗੱਲ ਕਹਿੰਦੇ ਹੁੰਦੇ ਨੇ ਨਾ, ਮੈਚਿਓਰਿਟੀ ਇਮੈਚਿਓਰ। ਬੰਦਾ ਵੈਸੇ ਵੇਖਣ ਨੂੰ ਸਿਆਣਾ ਪਰ ਹੈਗਾ ਨਿਆਣਾ, ਇਹ ਹਿਸਾਬ ਕਿਤਾਬ ਲੱਗਦਾ। ਨਾਓ ਬੈਕ ਟੂ ਦ ਪੁਆਇੰਟ, ਇਜ਼ਰਾਈਲ ਗਾਜ਼ਾ ਵਾਰ। ਇਜ਼ਰਾਈਲ ਗਾਜ਼ਾ ਵਾਰ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਆ ਕਿ ਇਜ਼ਰਾਈਲ ਦੀ ਜਿਹੜੀ ਵਾਰ ਹੈ ਈਰਾਨ ਦੇ ਨਾਲ ਹੁਣ ਸ਼ੁਰੂ ਹੋ ਗਈ ਹੈ, ਅਟੈਕ ਮਾਰਦੇ ਪਏ ਨੇ। ਇਹਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਇਲੈਕਸ਼ਨਸ ਦੇ ਨਾਲ ਲਿੰਕ ਕੀ ਹੈ? ਇਹ ਉਦੋਂ ਕਿਉਂ ਸ਼ੁਰੂ ਹੁੰਦਾ ਜਦੋਂ 8 ਦਿਨ ਰਹਿ ਜਾਂਦੇ ਨੇ ਇਲੈਕਸ਼ਨ ਹੋਣ ਦੇ ਵਿੱਚ ਨਵੰਬਰ 5 ਨੂੰ? ਇਹ ਪ੍ਰੀ ਇਲੈਕਸ਼ਨ ਜਿਹੜੇ ਰਿਸਕ ਨੇ, ਪ੍ਰੀ ਇਲੈਕਸ਼ਨ ਜਿਹੜੇ ਅਟੈਕਸ ਨੇ, ਇਹ ਕੀ ਨੇ? ਔਰ ਤਹਿਰਾਨ ਇਹਦੇ ਵਿੱਚ ਤਿਆਰ ਬੈਠਾ ਕਮਰ ਕੱਸ ਕੇ ਇਨਵੋਲਵ ਹੋਣ। ਇਜ਼ਰਾਈਲ ਨੇ ਜੇ ਕੁਝ ਇੱਦਾਂ ਦਾ ਕੀਤਾ, ਨਿਊਕਲੀਅਰ ਵਾਰ ਵੱਲ ਕੋਈ ਇੱਦਾਂ ਦਾ ਹੋਇਆ ਜਾਂ ਕੋਈ ਸਖਤ ਅਟੈਕ ਹੋਇਆ, ਮੈਂ ਵੀ ਬੈਠਾ, ਮੈਂ ਕਿਹੜਾ ਖਾਲੀ ਹੱਥ ਨੇ, ਮੇਰੇ ਕੋਲ ਵੀ ਬੰਬ ਤੋਪਾਂ ਬੰਦੂਕਾਂ ਹੈਗੀਆਂ ਨੇ। ਉਹ ਤਹਿਰਾਨ ਦਾ ਕੀ ਰੋਲ ਹੋ ਸਕਦਾ? ਨਾਓ ਈਰਾਨ, ਤਹਿਰਾਨ, ਇਜ਼ਰਾਈਲ ਨੂੰ ਸਪੋਰਟ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ, ਔਰ ਈਰਾਨ ਕੋਲ ਵੀ ਬਥੇਰਾ ਕੁਝ ਇੱਦਾਂ ਦਾ ਹੈਗਾ ਜਿਹੜਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਦਿੱਤਾ ਹੋਇਆ ਹਥਿਆਰਾਂ ਵਾਲਾ। ਜਾਂ ਸੋ ਇਹ ਕੁੱਲ ਮਿਲਾ ਕੇ ਇਹ ਕਿੱਧਰ ਗੱਲ ਜਾਂਦੀ ਪਈ ਹੈ ਔਰ ਤਹਿਰਾਨ ਨੇ ਕਿਹੜਾ ਰੋਲ ਅਦਾ ਕਰਨਾ ਹੈ, ਇਹ ਵੀ ਸੋਚਣ ਦੀ ਗੱਲ ਹੈ। ਔਰ ਜੋ ਬਾਈਡਨ ਕਿਤੇ ਨਾ ਕਿਤੇ ਆਪਣੇ ਵਿਚਾਰਾਂ ਦੇ ਵਿੱਚ ਇਸ ਗੱਲ ਨੂੰ ਕੋਟ ਕਰਦੇ ਨੇ ਕਿ ਇਜ਼ਰਾਈਲ ਚਾਹੁੰਦਾ ਕੀ ਆ, ਨੇਤਨਯਾਹੂ ਚਾਹੁੰਦਾ ਕੀ ਆ। ਉਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਇਲੈਕਸ਼ਨਸ ਦੇ ਰਿਜ਼ਲਟ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ, ਉਹ ਡੈਮੋਕ੍ਰੇਟਸ ਦੀ ਸਟ੍ਰੈਟਜੀ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ। ਕੀ ਆਊਟਕਮ ਹੋਏਗਾ ਔਰ ਇਸ ਫੋਰਨ ਪਾਲਿਸੀ ਦਾ ਇਲੈਕਸ਼ਨਸ ਦੇ ਰਿਜ਼ਲਟਸ ਦੇ ਉੱਤੇ ਡਾਇਰੈਕਟ ਅਸਰ ਕੀ ਪਏਗਾ? ਕਿਉਂਕਿ ਡੋਨਲਡ ਟਰੰਪ ਕੋਲ ਇੱਕ ਮੁੱਦਾ ਹੈ ਕਿ ਬਾਈਡਨ ਪ੍ਰਸ਼ਾਸਨ ਅਮਰੀਕਨਸ ਦੀ ਟੈਕਸ ਮਨੀ ਨੂੰ ਵੇਸਟ ਕਰਦੀ ਪਈ ਹੈ। ਜ਼ੈਲੈਂਸਕੀ ਨੂੰ ਉਹ ਸੇਲਜ਼ਮੈਨ ਕਹਿੰਦੇ ਨੇ ਕਿ ਹਰ ਵਾਰ ਆਉਂਦੇ ਨੇ 100 ਕਰੋੜ 100 ਬਿਲੀਅਨ ਪਤਾ ਨਹੀਂ ਕੀ ਕੁਝ ਲੈ ਕੇ ਤੁਰ ਪੈਂਦੇ ਨੇ, ਅਮਰੀਕਾ ਦੇ ਦਿੰਦਾ ਖੁਸ਼ੀ ਖੁਸ਼ੀ, ਲਓ ਜੀ ਸਪੋਰਟ ਦੇ ਦਿੱਤੀ। ਉਹ ਸੇਲਜ਼ਮੈਨ ਹੈ, ਆਪਣੀ ਵਿਕਟਰੀ ਪਲਾਨ ਵੇਚਦਾ, ਆਪਣੇ ਬਾਕੀ ਦੇ ਜਿਹੜੇ ਲਾਲਚ ਦੇਣੇ ਨੇ ਕਿ ਜਦੋਂ ਆਪਾਂ ਜਿੱਤਾਂਗੇ ਇਸ ਯੁੱਧ ਨੂੰ ਤੇ ਜਿਹੜੀਆਂ ਕੰਟਰੀਜ਼ ਮੇਰੀ ਮਦਦ ਕਰਦੀਆਂ ਪਈਆਂ ਨੇ ਉਹਨਾਂ ਦਾ ਸ਼ੇਅਰ ਹੋਏਗਾ। ਕਾਹਦੇ ਵਿੱਚ? ਜਿਹੜੇ ਯੂਕਰੇਨ ਦੇ ਨੈਚੁਰਲ ਰਿਸੋਰਸਿਸ ਨੇ, ਕੁਦਰਤੀ ਖਜ਼ਾਨੇ ਨੇ। ਐਸ ਪਰ ਲਾਅ ਸਿਰਫ ਉਸ ਦੇਸ਼ ਦੇ ਬਾਸ਼ਿੰਦਿਆਂ ਦਾ, ਉਸ ਦੇਸ਼ ਦੇ ਨਾਗਰਿਕਾਂ ਦਾ, ਸਿਟੀਜ਼ਨਸ ਦਾ ਹੱਕ ਹੁੰਦਾ ਹੈ ਉਸ ਦੇਸ਼ ਦੇ ਕੁਦਰਤੀ ਖਜ਼ਾਨਿਆਂ ਦੇ ਉੱਤੇ। ਪਰ ਜ਼ੈਲੈਂਸਕੀ ਵਾਰ ਜਿੱਤਣ ਦੀ ਇਸ ਤਰ੍ਹਾਂ ਉਹਨਾਂ ਨੂੰ ਜਨੂਨ ਸਵਾਰ ਹੈ ਕਿ ਉਹ ਪਾਰਟਨਰਸ਼ਿਪ ਦੇ ਰਹੇ ਨੇ ਫੋਰਨ ਦੀਆਂ ਕੰਪਨੀਜ਼ ਨੂੰ, ਦੂਸਰੇ ਦੇਸ਼ਾਂ ਨੂੰ, ਆਪਣੀ ਕੰਟਰੀ ਦੇ ਨੈਚੁਰਲ ਰਿਸੋਰਸਿਸ ਦੇ ਵਿੱਚ ਭਾਈਵਾਲੀ। ਇੱਥੇ ਤੱਕ ਫਿਰ ਜਦੋਂ ਡੋਨਲਡ ਟਰੰਪ ਉਹਨਾਂ ਨੂੰ ਸੇਲਜ਼ਮੈਨ ਕਹਿੰਦੇ ਨੇ ਤਾਂ ਗਲਤ ਨਹੀਂ ਕਹਿੰਦੇ, ਹੀ ਇਜ਼ ਅ ਸੇਲਜ਼ਮੈਨ। ਔਰ ਇੱਧਰ ਜਦੋਂ ਇਜ਼ਰਾਈਲ, ਗਾਜ਼ਾ, ਈਰਾਨ ਦੀ ਗੱਲ ਹੁੰਦੀ ਆ ਤਾਂ ਇਹ ਸ਼ੁਰੂ ਤੋਂ ਕਾਫੀ ਦਹਾਕਿਆਂ ਤੋਂ ਯੁੱਧ ਚੱਲਦਾ ਪਿਆ। ਹਿਜ਼ਬੁੱਲਾ, ਹਮਾਸ ਪ੍ਰੌਕਸੀ ਵਾਰ ਹੀ ਲੜਦੇ ਪਏ ਨੇ, ਈਰਾਨ ਦੀ ਐਕਸਪਰਟਸ ਦਾ ਇਹ ਮੰਨਣਾ। ਔਰ ਇਸ ਵਾਰ ਦੇ ਉੱਤੇ ਵੀ ਕਹਿਣਾ ਇਹੀ ਹੈ ਡੋਨਲਡ ਟਰੰਪ ਦਾ ਕਿ ਆਪਾਂ ਇਹਨੂੰ ਸਟਾਪ ਕਰ ਸਕਦੇ ਹਾਂ। ਨਾਓ ਫੋਰਨ ਪਾਲਿਸੀ ਦੇ ਨਾਲ ਨਾਲ ਜਿਹੜੇ ਲੋਕਲ ਟੈਕਸਿਸ ਨੇ ਔਰ ਟੈਰਿਫਸ ਨੇ ਉਹਦੀ ਵੀ ਗੱਲਬਾਤ ਹੁੰਦੀ ਆ। ਔਰ ਜਦੋਂ ਆਪਾਂ ਟੈਰਿਫਸ ਦੀ ਗੱਲ ਕਰਦੇ ਹਾਂ ਉਹਦੇ ਉੱਤੇ ਇੱਕ ਖਾਸ ਪੁਆਇੰਟ ਬਣਦਾ ਕਿ ਵਾਲ ਸਟਰੀਟ ਕੀ ਸੋਚਦੀ ਪਈ ਆ, ਕਮਲਾ ਹੈਰਿਸ ਜਿੱਤਣਗੇ ਜਾਂ ਡੋਨਲਡ ਟਰੰਪ ਜਿੱਤਣਗੇ? ਸਵਾਲ ਫਿਰ ਉਹ ਆ, ਕੌਣ ਜਿੱਤਣਗੇ ਕੌਣ ਨਹੀਂ ਜਿੱਤਣਗੇ
ਉਸ ਤੋਂ ਇਲਾਵਾ ਇਹ ਸੋਚਣਾ ਹੈ ਕਿਹਨੂੰ ਜਿੱਤਣਾ ਚਾਹੀਦਾ ਤੇ ਕਿਹਨੂੰ ਨਹੀਂ ਜਿੱਤਣਾ ਚਾਹੀਦਾ। ਦੈਟ ਇਜ਼ ਮੋਸਟ ਇੰਪੋਰਟੈਂਟ। ਨਾਓ ਅਸੀਂ ਕੈਂਪੇਨਸ ਦੀ ਵੀ ਗੱਲ ਕਰਦੇ ਹਾਂ, ਰੈਲੀਜ਼ ਦੀ ਵੀ ਗੱਲ ਕਰਦੇ ਹਾਂ, ਇੰਟਰਵਿਊਜ਼, ਪੋਡਕਾਸਟ, ਸਭ ਕੁਝ ਚੱਲਦਾ ਪਿਆ। ਹਰ ਤਰ੍ਹਾਂ PR ਟੀਮ ਲੱਗੀ ਹੋਈ ਹੈ ਦੋਵੇਂ ਕੈਂਡੀਡੇਟਸ ਦੀ, ਔਰ ਉਹਨਾਂ ਨੂੰ ਜਿੱਦਾਂ ਜਿੱਦਾਂ ਗਾਈਡੈਂਸ ਦਿੱਤੀ ਜਾਂਦੀ ਹੈ ਉਹਦੇ ਮੁਤਾਬਿਕ ਉਹ ਪਰਫਾਰਮ ਕਰਦੇ ਪਏ ਨੇ, ਕਿਉਂਕਿ ਪ੍ਰੈਜੈਂਟੇਸ਼ਨ ਹੀ ਸਭ ਕੁਝ ਹੈ। ਪ੍ਰੈਜੈਂਟੇਸ਼ਨ ਹੀ ਲੋਕਾਂ ਦੇ ਮਨਾਂ ਨੂੰ ਹਿਲਾ ਦਿੰਦੀ ਆ ਤੇ ਆਪਣੀ ਤਸਵੀਰ ਉਹਨਾਂ ਦੇ ਮਨਾਂ ਦੇ ਵਿੱਚ ਵਸਾ ਦਿੰਦੀ ਹੈ, ਫਿਰ ਉਹ ਤੁਹਾਨੂੰ ਵੋਟ ਕਰਦੇ ਹੀ ਕਰਦੇ ਨੇ। ਨਾਓ ਰੈਲੀਜ਼ ਦੇ ਵਿੱਚ ਆਪਾਂ ਇੱਕ ਗੱਲ ਕਰਦੇ ਰਹੇ ਹਾਂ ਕਿ ਡੋਨਲਡ ਟਰੰਪ ਦੀਆਂ ਰੈਲੀਜ਼ ਦੇ ਵਿੱਚ ਬਲਾਸਟ ਹੁੰਦਾ ਇੱਕ ਰੇਸਿਜ਼ਮ ਨੂੰ ਲੈ ਕੇ, ਨਫ਼ਰਤ ਨੂੰ ਲੈ ਕੇ। ਹੁਣ ਅੱਜ ਕੱਲ੍ਹ ਜਿਹੜੀਆਂ ਉਹਨਾਂ ਦੀਆਂ ਰੈਲੀਜ਼ ਹੋ ਰਹੀਆਂ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਬਲਾਸਟ ਘਟ ਗਿਆ। ਇਹ ਵੀ ਐਕਸਪਰਟਸ ਦਾ ਮੰਨਣਾ ਹੈ ਕਿ ਹੁਣ ਉਨੇ ਜ਼ੋਰ ਸ਼ੋਰ ਨਾਲ ਬਲਾਸਟ ਨਹੀਂ ਹੁੰਦਾ। ਹੁਣ ਇੱਕ ਸਵਾਲ ਇੰਪੋਰਟੈਂਟ ਹੁੰਦਾ ਜਾ ਰਿਹਾ ਕਿ ਬਾਈਡਨ, ਕਮਲਾ ਹੈਰਿਸ ਪ੍ਰੈਜ਼ੀਡੈਂਟ ਦੀ ਰੇਸ ਦੇ ਵਿੱਚ ਲੱਗੇ ਹੋਏ ਨੇ, ਕਿਉਂਕਿ ਬਾਈਡਨ ਸਪੋਰਟ ਕਰ ਰਹੇ ਨੇ ਕਮਲਾ ਹੈਰਿਸ ਨੂੰ, ਔਰ ਕਮਲਾ ਹੈਰਿਸ ਇੱਕ ਤਰ੍ਹਾਂ ਨਾਲ ਬਾਈਡਨ ਹੀ ਹੈਗੇ ਨੇ। ਸਮਝ ਲਓ ਬਾਈਡਨ ਹੀ ਲੜਦੇ ਪਏ ਨੇ ਡੋਨਲਡ ਟਰੰਪ ਦੇ ਨਾਲ ਇਸ ਇਲੈਕਸ਼ਨਸ ਦੇ ਵਿੱਚ, ਪ੍ਰੈਜ਼ੀਡੈਂਟ ਦੀ ਰੇਸ ਦੇ ਵਿੱਚ। ਨਾਓ ਡੋਨਲਡ ਟਰੰਪ ਬਾਰੇ ਇੱਕ ਕੁਐਸਚਨ ਬਹੁਤ ਪਪੂਲਰ ਹੁੰਦਾ ਜਾ ਰਿਹਾ ਕਿ ਡੋਨਲਡ ਟਰੰਪ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨਾ ਚਾਹੁੰਦੇ ਨੇ ਜਾਂ ਆਪਣੇ ਆਪ ਨੂੰ ਉਹਨਾਂ ਕੇਸਾਂ ਤੋਂ ਬਚਾਉਣਾ ਚਾਹੁੰਦੇ ਨੇ ਜਿਹੜੇ ਉਹਨਾਂ ਦੇ ਖਿਲਾਫ ਹੋ ਚੁੱਕੇ ਨੇ। ਕਿਉਂਕਿ ਜੇ ਉਹ ਪ੍ਰੈਜ਼ੀਡੈਂਟ ਆਫ ਅਮਰੀਕਾ ਬਣ ਜਾਂਦੇ ਨੇ ਤਾਂ ਉਹਨਾਂ ਕੋਲ ਲੀਗਲ ਪਾਵਰਸ ਇੱਦਾਂ ਆ ਜਾਣਗੀਆਂ ਕਿ ਉਹ ਉਹਨਾਂ ਕੇਸਿਸ ਦੇ ਉੱਤੇ ਪ੍ਰਭਾਵ ਪਾ ਕੇ ਉਹਨਾਂ ਨੂੰ ਆਪਣੇ ਖਿਲਾਫ ਨਹੀਂ ਹੋਣ ਦੇਣਗੇ। ਐਕਸਪਰਟਸ ਦੀ ਇਹ ਰਾਏ ਬਣਦੀ ਪਈ ਹੈ। ਸੋ ਡੋਨਲਡ ਟਰੰਪ ਫਰੀडम ਐਂਡ ਸਰਵਾਈਵਲ ਵਾਸਤੇ ਲੜਦੇ ਪਏ ਨੇ, ਇਹ ਇੱਕ ਆਮ ਰਾਏ ਬਣ ਚੁੱਕੀ ਹੈ। ਇਸ ਕਰਕੇ ਜਿੱਥੇ ਰੇਸਿਜ਼ਮ, ਇਹ ਬਲਾਸਟ ਮਾਰਨਾ ਨਫ਼ਰਤ ਦੇ, ਉਹਦੇ 'ਚ ਕਮੀ ਆਈ ਹੈ ਕਿਉਂਕਿ ਉਹਨਾਂ ਦੀ ਟੀਮ ਨੇ ਔਰ ਉਹਨਾਂ ਦੇ ਥਿੰਕ ਟੈਂਕਸ ਨੇ ਉਹਨਾਂ ਨੂੰ ਇਹ ਸਲਾਹ ਦਿੱਤੀ ਹੈ ਵੀ ਹੁਣ ਬਹੁਤ ਹੋ ਗਿਆ, ਬਹੁਤ ਜ਼ਿਆਦਾ ਨਾ ਕਰੋ, ਕਿਤੇ ਇਹ ਨਾ ਹੋਵੇ ਇਹ ਗੱਲਾਂ ਮਹਿੰਗੀਆਂ ਪੈ ਜਾਣ, ਇਲੈਕਸ਼ਨਸ ਦੇ ਰਿਜ਼ਲਟਸ ਦੇ ਉੱਤੇ ਹਾਵੀ ਪੈ ਜਾਣ। ਔਰ ਦੂਜੇ ਪਾਸੇ ਕਮਲਾ ਹੈਰਿਸ ਜਦੋਂ ਲੋਕਲ ਟੈਕਸਿਸ ਦੀ ਗੱਲ ਕਰਦੇ ਨੇ, ਜਦੋਂ ਕਹਿੰਦੇ ਨੇ ਕਿ ਅਮੀਰ ਲੋਕਾਂ ਦੇ ਉੱਤੇ ਜ਼ਿਆਦਾ ਟੈਕਸ, ਬਾਕੀ ਲੋ ਇਨਕਮ ਗਰੁੱਪ ਦੇ ਉੱਤੇ ਘੱਟ ਟੈਕਸ, ਇੱਦਾਂ ਦੀਆਂ ਤਮਾਮ ਗੱਲਾਂ ਹੁੰਦੀਆਂ ਨੇ, ਤਾਂ ਉਹਨਾਂ ਦੀ ਵੀ ਟੀਮ, ਉਹਨਾਂ ਦੇ ਵੀ ਥਿੰਕ ਟੈਂਕਸ ਕਹਿੰਦੇ ਨੇ ਕਿ ਇਹ ਬਹੁਤ ਹੋ ਗਿਆ, ਇਹਨੂੰ ਬਹੁਤਾ ਨਾ ਕਰੋ, ਕਿਤੇ ਇਹ ਨਾ ਹੋਵੇ ਜਿਹੜੇ ਅਮੀਰ ਵੋਟਰਸ ਨੇ, ਅਮੀਰ ਲੋਕ ਸਾਨੂੰ ਫੰਡ ਦਿੰਦੇ ਨੇ, ਉਹ ਸਾਡੇ ਨਾਲੋਂ ਟੁੱਟਣ, ਉਹ ਟਰੰਪ ਵੱਲ ਜਾਣ ਦੀ ਸੋਚਣ ਲੱਗ ਪੈਣ। ਇਹ ਦੋਵੇਂ ਟੀਮਾਂ ਦੇ ਉੱਤੇ ਇੱਕ ਸੈਂਸਿਟਿਵ ਗੱਲ ਵੀ ਚੱਲਦੀ ਪਈ ਹੈ। ਸੋ ਰੇਸਿਜ਼ਮ ਤੋਂ, ਨਫ਼ਰਤ ਤੋਂ ਕਿਤੇ ਪਿੱਛੇ ਹਟਦੇ ਪਏ ਨੇ ਡੋਨਲਡ ਟਰੰਪ, ਔਰ ਕਮਲਾ ਹੈਰਿਸ ਜਿਹੜੀ ਇਕੋਨਮੀ ਦੀ ਉੱਪਰ ਓਪਰਚੁਨਿਟੀ, ਇਕੋਨਮੀ ਦੇ ਉੱਪਰ ਗੱਲ ਕਰਦੇ ਨੇ, ਉੱਥੇ ਹੁਣ ਉਹ ਵੀ ਪਿੱਛੇ ਹਟਦੇ ਪਏ ਨੇ ਇਸ ਮੁੱਦੇ ਦੇ ਉੱਤੇ ਕਿ ਅਮਰੀਕਨਸ ਦੇ ਵਿੱਚ ਜਿਹੜੇ ਅਮੀਰ ਨੇ ਜਾਂ ਗਰੀਬ ਨੇ ਉਹਨਾਂ ਦੇ ਵਿੱਚ ਇੱਕ ਤਾਲਮੇਲ ਹੋਣਾ ਚਾਹੀਦਾ, ਮਿਲ ਕੇ ਲੜਾਂਗੇ, ਮਿਲ ਕੇ ਜਿੱਤਾਂਗੇ। ਇਸ ਗੱਲ ਦੇ ਉੱਤੇ ਹੁਣ ਉਹ ਜ਼ਿਆਦਾ ਜ਼ੋਰ ਨਹੀਂ ਪਾਉਂਦੇ ਕਿ ਜ਼ਿਆਦਾ ਅਮੀਰਾਂ ਨੂੰ ਜ਼ਿਆਦਾ ਟੈਕਸ ਦੇਣਾ ਪੈਣਾ, ਘੱਟ ਪੈਸੇ ਵਾਲਿਆਂ ਨੂੰ ਘੱਟ ਟੈਕਸ ਦੇਣਾ ਪੈਣਾ। ਇੱਦਾਂ ਦੀ ਗੱਲ ਉਜਾਗਰ ਹੋ ਕੇ ਨਹੀਂ ਹੋ ਰਹੀ, ਇੱਦਾਂ ਦੀ ਗੱਲ ਸਿੱਧੀ ਸਾਦੇ ਭਾਸ਼ਾ 'ਚ ਹੋ ਰਹੀ ਹੈ ਕਿ ਮਿਲ ਕੇ ਆਪਾਂ ਹੁਣ ਅਮਰੀਕਾ ਨੂੰ ਸੰਭਾਲੀਏ। ਸੋ ਇਹ ਦੋਨਾਂ ਧਿਰਾਂ ਦੇ ਵਿੱਚ ਇੱਕ ਕਮੀ ਆਈ ਆ ਇਸ ਬਲਾਸਟ ਨੂੰ ਲੈ ਕੇ, ਜੋ ਪਹਿਲਾਂ ਜ਼ੋਰਾਂ ਸ਼ੋਰਾਂ 'ਤੇ ਸੀ। ਹਾਂ, ਦੂਜੀ ਗੱਲ ਇਹ ਹੈ ਜਿਹੜਾ ਡਾਊਟ ਕ੍ਰੀਏਟ ਕਰਨ ਦੀ ਕੋਸ਼ਿਸ਼ ਹੋ ਰਹੀ ਆ ਕਿ ਇਲੈਕਸ਼ਨਸ ਦੇ ਪ੍ਰੋਸੈਸ ਦੇ ਵਿੱਚ ਠੱਗੀ ਹੋ ਸਕਦੀ ਹੈ ਮੇਰੇ ਨਾਲ, ਡੋਨਲਡ ਟਰੰਪ ਜਿੱਦਾਂ ਕਹਿੰਦੇ ਨੇ ਜੇ ਮੈਂ ਹਾਰ ਗਿਆ ਤਾਂ, ਤੇ ਇੱਧਰੋਂ ਕਮਲਾ ਹੈਰਿਸ ਡਾਊਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਡੋਨਲਡ ਟਰੰਪ ਫਿੱਟ ਵੀ ਹੈਗੇ ਨੇ ਫਿਜ਼ੀਕਲੀ, ਮੈਂਟਲੀ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਦੇ। ਇਹ ਦੋਵੇਂ ਤਰ੍ਹਾਂ ਡਾਊਟ ਕ੍ਰੀਏਟ ਕਰਦੀਆਂ ਪਈਆਂ ਨੇ, ਇੱਕ ਇਲੈਕਸ਼ਨਸ ਦੇ ਪ੍ਰੋਸੈਸ ਦੇ ਉੱਤੇ, ਇੱਕ ਡੋਨਲਡ ਟਰੰਪ ਦੀ ਸਿਹਤ ਦੇ ਉੱਤੇ। ਔਰ ਇਲੈਕਸ਼ਨ ਦੇ ਪ੍ਰੋਸੈਸ ਦੇ ਉੱਤੇ ਜੋ ਟਰੰਪ ਦੀ ਟੀਮ ਇਹ ਸਾਰਾ ਡਾਊਟ ਕ੍ਰੀਏਟ ਕਰਦੀ ਪਈ ਹੈ, ਉਸ ਦਾ ਸੰਕੇਤ ਕਿਤੇ ਨਾ ਕਿਤੇ ਫਿਰ ਉੱਧਰ ਚਲਾ ਜਾਂਦਾ ਹੈ ਜਨਵਰੀ 6, 2020, ਕਿਤੇ ਮੁੜ ਕੇ ਹਾਲਾਤ ਉਹ ਨਾ ਬਣ ਜਾਣ ਜੇ ਡੋਨਲਡ ਟਰੰਪ ਨਹੀਂ ਜਿੱਤਦੇ। ਸੋ ਕੁਐਸਚਨ ਫਿਰ ਉਹੀ ਹੈ, ਕੌਣ ਜਿੱਤੇਗਾ, ਕੌਣ ਹਾਰੇਗਾ, ਉਹ ਇੰਪੋਰਟੈਂਟ ਨਹੀਂ ਹੈ, ਕਿਹਨੂੰ ਜਿੱਤਣਾ ਚਾਹੀਦਾ ਹੈ ਤੇ ਕਿਹਨੂੰ ਹਾਰਨਾ ਚਾਹੀਦਾ ਹੈ, ਇਹ ਇੰਪੋਰਟੈਂਟ ਹੈ। ਸੋ ਇਹ ਸਾਰੇ ਹਾਲਾਤ ਬਣੇ ਹੋਏ ਨੇ ਔਰ ਤਕਰੀਬਨ 8 ਦਿਨ ਹੀ ਰਹਿ ਗਏ ਨੇ ਇਸ ਸਾਰੀ ਕਵਾਇਦ ਨੂੰ, ਕਿਉਂਕਿ ਉਸ ਤੋਂ ਬਾਅਦ ਤੇ ਫਿਰ ਵੋਟਾਂ ਦਾ ਫਾਈਨਲ ਦਿਨ ਆ ਜਾਣਾ। ਪਰ ਸਵਾਲ ਉਹੀ ਆਉਂਦਾ ਕਿ ਜਿਤਾਏਗਾ ਕੌਣ ਤੇ ਹਰਾਏਗਾ ਕੌਣ। ਫਿਰ ਉਹੀ ਕੁੱਲ ਮਿਲਾ ਕੇ ਉਹ ਮੁੱਠੀ ਭਰ ਲੋਕ, ਸਵਿੰਗ ਸਟੇਟਸ, ਫਿਰ ਉੱਧਰ ਹੀ ਗੱਲ ਆਉਂਦੀ ਆ, ਕਿਉਂਕਿ ਹਰ ਚੀਜ਼ ਦਾ ਇੱਕ ਕਰਕਸ ਆ, ਹਰ ਚੀਜ਼ ਦਾ ਇੱਕ ਨਿਚੋੜ ਆ। ਜਿਵੇਂ ਦੁਨੀਆ ਦਾ ਨਿਚੋੜ ਹੈ ਕਿ ਪ੍ਰੋਫਿਟ ਐਂਡ ਪਾਵਰ ਦੀ ਗੇਮ ਚੱਲਦੀ ਪਈ ਹੈ, ਔਰ ਉਹ ਹਰ ਚੀਜ਼ ਦਾ ਬਾਟਮ ਲਾਈਨ ਹੈ ਪ੍ਰੋਫਿਟ ਐਂਡ ਪਾਵਰ, ਕਿਉਂਕਿ ਦੁਨੀਆ ਇੱਕ ਬਿਜ਼ਨਸ ਹੈ, ਦੁਨੀਆ ਇੱਕ ਬਿਜ਼ਨਸ ਬਣ ਚੁੱਕਾ ਹੈ, ਦੁਨੀਆ ਇੱਕ ਮਾਰਕੀਟ ਬਣ ਚੁੱਕੀ ਹੈ, ਤੇ ਮਾਰਕੀਟ ਦੀ ਭਾਸ਼ਾ ਇਹੋ ਹੁੰਦੀ ਆ, ਪ੍ਰੋਫਿਟ ਐਂਡ ਪਾਵਰ। ਸੋ ਇਹਦੇ ਵਾਸਤੇ ਹੀ ਇਹ ਸਾਰੀਆਂ ਕਵਾਇਤਾਂ, ਸਾਰੀਆਂ ਕੁਸ਼ਤੀਆਂ ਚੱਲਦੀਆਂ ਪਈਆਂ ਨੇ, ਔਰ ਉਹ ਮੁੱਠੀ ਭਰ ਲੋਕ ਜਿਹੜੇ
ਸਵਿੰਗ ਸਟੇਟਸ ਦੇ ਵੋਟਰਸ ਨੇ ਜਾਂ ਅਨਡਿਸਾਈਡਡ ਵੋਟਰਸ ਨੇ, ਉਹਨਾਂ ਨੂੰ ਅਪਰੋਚ ਕਿਵੇਂ ਕਰਨਾ ਹੈ ਔਰ ਉਹਨਾਂ ਨੂੰ ਆਪਣੇ ਵੱਲ ਲੈ ਕੇ ਕਿਵੇਂ ਆਉਣਾ ਹੈ, ਇਹ ਕਵਾਇਦ ਚੱਲਦੀ ਪਈ ਹੈ। ਤੇ ਜਿਹੜਾ ਕਿਸੇ ਪਾਲੇ 'ਚ ਹੈਗਾ ਉਹਨੂੰ ਤੋੜ ਕੇ ਆਪਣੇ ਵੱਲ ਕਿੱਦਾਂ ਲੈ ਕੇ ਆਉਣਾ ਹੈ, ਇਹ ਵੀ ਕਵਾਇਦ ਚੱਲਦੀ ਪਈ ਹੈ। ਨਾਓ ਇੱਥੇ ਇੱਕ ਖਾਸ ਇੰਪੋਰਟੈਂਟ ਗੱਲ ਆਉਂਦੀ ਆ ਕਿ ਜਿਹੜੇ ਬਲੈਕ ਮੈਨ ਵੋਟਰਸ, ਜਿਨ੍ਹਾਂ ਵਾਸਤੇ ਕਮਲਾ ਹੈਰਿਸ ਹਮੇਸ਼ਾ ਕਹਿੰਦੇ ਨੇ ਕਿ ਮੈਂ ਉਹਨਾਂ ਉੱਤੇ ਕੰਮ ਕਰਦੀ ਪਈ ਹਾਂ, ਕਿਉਂਕਿ 2020 ਦੀਆਂ ਇਲੈਕਸ਼ਨਸ ਦੇ ਵਿੱਚ ਉਹਨਾਂ ਨੇ ਬਾਈਡਨ ਤੋਂ ਕਾਫੀ ਮਤਲਬ ਉਹਨਾਂ ਨੂੰ ਸਪੋਰਟ ਵੀ ਦਿੱਤੀ, ਕਾਫੀ ਉਹਨਾਂ ਤੋਂ ਪਿਆਰ ਮੁਹੱਬਤ ਸਭ ਕੁਝ ਫੈਸਿਲਿਟੀਜ਼ ਐਵਰੀਥਿੰਗ ਮਿਲੀਆਂ, ਪਰ ਕਿਤੇ ਨਾ ਕਿਤੇ ਜੋ ਰਿਲੇਸ਼ਨਸ ਦੇ ਵਿੱਚ ਜੇ ਕੋਈ ਖਟਾਈ ਆਈ ਆ, ਦੈਨ ਮੈਨੂੰ ਇਸ ਦੇ ਉੱਤੇ ਕੰਮ ਕਰਨਾ ਜ਼ਰੂਰੀ ਹੈ। ਥੋੜ੍ਹਾ ਜਿਹਾ ਟਾਈਮ ਰਹਿੰਦਾ ਔਰ ਬਰੈਕ ਓਬਾਮਾ ਵੀ ਆਏ ਇਸ ਪੁਆਇੰਟ ਦੇ ਉੱਤੇ ਕੰਮ ਕਰਨ ਵਾਸਤੇ, ਬਿਲ ਕਲਿੰਟਨ ਵੀ ਆਏ, ਮਿਸ਼ੇਲ ਓਬਾਮਾ ਵੀ ਆਏ ਨੇ, ਹਿਲੇਰੀ ਵੀ ਲੱਗੇ ਹੋਏ ਨੇ, ਹਿਲੇਰੀ ਕਲਿੰਟਨ, ਮਤਲਬ ਹਰ ਜੋ ਸਪੋਰਟਰ ਹੈ ਉਹ ਲੱਗਿਆ ਹੋਇਆ ਹੈ। ਔਰ ਲਿਓਨਾਰਡੋ ਡਿਕੈਪਰੀਓ ਨੇ ਵੀ ਕਮਲਾ ਹੈਰਿਸ ਨੂੰ ਸਪੋਰਟ ਕੀਤਾ, ਸੈਲੀਬ੍ਰਿਟੀਜ਼ ਵੀ ਆ ਰਹੇ ਨੇ ਸਾਰੇ, ਵਿਨਫਰੇ ਓਪਰਾ ਉਹ ਵੀ ਆਏ ਨੇ। ਮਤਲਬ ਇਹ ਸਾਰੇ ਮਿਲ ਕੇ ਇਸ ਚੀਜ਼ ਦੇ ਉੱਤੇ ਜ਼ੋਰ ਦੇ ਰਹੇ ਨੇ, ਅਨਡਿਸਾਈਡਡ ਵੋਟਰਸ, ਸਵਿੰਗ ਸਟੇਟਸ, ਹੈਂਡਫੁਲ ਜਿਹੜੇ ਆ ਕੁਝ ਮੁੱਠੀ ਪਰ ਵੋਟਰਸ ਨੇ ਜੋ ਇਫੈਕਟ ਕਰ ਸਕਦੇ ਨੇ ਇਲੈਕਸ਼ਨਸ ਦੇ ਰਿਜ਼ਲਟਸ ਦੇ ਉੱਤੇ ਪ੍ਰਭਾਵ ਪਾ ਸਕਦੇ ਨੇ। ਔਰ ਇੱਥੇ ਇੱਕ ਰਿਪੋਰਟ ਸਾਹਮਣੇ ਆ ਰਹੀ ਆ ਕਿ ਜੋ ਟਰੰਪ ਨੇ ਉਹਨਾਂ ਦੇ ਹੱਕ ਦੇ ਵਿੱਚ ਬਲੈਕ ਵੋਟਰਸ ਆ ਰਹੇ ਨੇ, ਇੱਥੇ ਉਹਨਾਂ ਦਾ ਪੁਆਇੰਟ ਸਟਰੋਂਗ ਹੁੰਦਾ ਵਿਖਾਈ ਦਿੰਦਾ। ਔਰ ਇਹ ਰਿਪੋਰਟਸ ਕਹਿ ਰਹੀਆਂ ਨੇ, ਹਾਲਾਂਕਿ ਪਿਛਲੇ ਦਿਨਾਂ 'ਚ ਜਿਹੜੇ ਕਈ ਇੰਟਰਵਿਊਜ਼ ਪੋਡਕਾਸਟ ਵੀ ਹੋਏ, ਉਹਦੇ 'ਚ ਕੁਝ ਨਾਰਾਜ਼ਗੀ ਦੇਖਣ ਨੂੰ ਮਿਲੀ ਹੈ ਬਲੈਕ ਵੋਟਰਸ ਦੀ। ਔਰ ਹੋ ਸਕਦਾ ਕਿ ਕੁਝ ਇੱਕ ਥਾਂ ਦੇ ਉੱਤੇ ਬਲੈਕ ਵੋਟਰਸ ਨੇ ਉਹਨਾਂ ਨੂੰ ਤਰਜੀਹ ਦਿੱਤੀ ਹੋਵੇ, ਕਿਉਂਕਿ ਕਈ ਮੁੱਦੇ ਛੇੜੇ ਹੋਏ ਨੇ, ਇਮੀਗ੍ਰੇਸ਼ਨ 'ਤੇ ਖਾਸ ਤੌਰ 'ਤੇ ਛੇੜਿਆ ਹੋਇਆ, ਤਾਂ ਹੋ ਸਕਦਾ ਉਹਨਾਂ ਨੂੰ ਕਿਤੇ ਨਾ ਕਿਤੇ ਸਪੋਰਟ ਮਿਲੀ ਹੋਵੇ, ਲੈਟੀਨੋਜ਼ ਦੀ ਸਪੋਰਟ ਮਿਲੀ ਹੋਵੇ। ਬਟ ਕੁੱਲ ਮਿਲਾ ਕੇ ਹਜੇ ਇਹ ਚੀਜ਼ ਕਲੀਅਰ ਨਹੀਂ ਹੈ। ਉੜਦੀਆਂ ਰਿਪੋਰਟਸ ਨੇ, ਕਿਸੇ ਥਾਂ 'ਤੇ ਕੋਈ ਪੋਲਸ ਹੋ ਜਾਂਦੇ ਆ, ਉਹਦੇ ਆંકੜੇ ਆ ਜਾਂਦੇ ਆ, ਉਹਦੇ ਹਿਸਾਬ ਦੇ ਨਾਲ ਰਿਪੋਰਟਸ ਨੇ, ਅਦਰਵਾਈਜ਼ ਨਥਿੰਗ ਇਜ਼ ਕਲੀਅਰ। ਔਰ ਫਿਰ ਵੀ ਇਸ ਥਾਂ ਦੇ ਉੱਤੇ ਪੁਆਇੰਟ ਇਹ ਬਣਦਾ ਕਿ ਕੁਝ ਲੋਕ ਕਹਿੰਦੇ ਨੇ 50-50 ਚਾਂਸਸ ਨੇ, ਕੋਈ ਕਹਿੰਦੇ ਨੇ 60-40 ਚਾਂਸਸ ਨੇ, ਸਭ ਦੀ ਆਪਣੀ ਆਪਣੀ ਰਾਏ ਆ। ਬਟ ਤੁਸੀਂ ਕਿਸੇ ਵੀ ਆંકੜਿਆਂ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ, ਕਿਸੇ ਓਪੀਨੀਅਨ ਪੋਲ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ, ਕਿਸੇ ਐਗਜ਼ਿਟ ਪੋਲ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ। ਤੁਸੀਂ ਆਪਣੇ ਆਪ ਦੇ ਉੱਤੇ ਵਿਸ਼ਵਾਸ ਕਰਨਾ ਹੈ, ਆਪਣੀ ਸੋਚ ਦੇ ਉੱਤੇ ਵਿਸ਼ਵਾਸ ਕਰਨਾ ਕਿ ਤੁਹਾਨੂੰ ਕੌਣ ਸਹੀ ਲੱਗਦਾ, ਡੋਨਲਡ ਟਰੰਪ ਜਾਂ ਕਮਲਾ ਹੈਰਿਸ। ਤੁਸੀਂ ਉਹਨੂੰ ਵੋਟ ਪੈਣੀ ਹੈ, ਸਿੰਪਲ ਗੱਲ ਆ। ਤੁਸੀਂ ਕਿਹਨੂੰ ਵੋਟ ਪਾਉਣੀ ਹੈ, ਦੈਟ ਮੈਟਰਸ। ਤੁਹਾਡੀ ਸੋਚ ਕੀ ਕਹਿੰਦੀ, ਤੁਹਾਡੀ ਆਪਣੀ ਬੁੱਧੀ ਕੀ ਕਹਿੰਦੀ ਹੈ, ਬਿਲਕੁਲ ਫਰੈਸ਼, ਬਿਨਾਂ ਕਿਸੇ ਪ੍ਰਭਾਵ ਤੋਂ, ਬਿਨਾਂ ਕਿਸੇ ਆંકੜਿਆਂ ਨੂੰ ਪੜ੍ਹੇ, ਸਭ ਕੁਝ ਫਰੈਸ਼, ਰॉ, ਜੈਨੂਅਨ, ਜੋ ਤੁਹਾਡੇ ਅੰਦਰ ਦੀ ਆਵਾਜ਼। ਤੁਹਾਨੂੰ ਕੀ ਲੱਗਦਾ ਪਿਆ ਤੁਹਾਡਾ ਬੈਟਰ ਫਿਊਚਰ, ਤੁਹਾਡੀ ਕੰਟਰੀ ਦਾ ਬੈਟਰ ਫਿਊਚਰ, ਅਮਰੀਕਾ ਦਾ ਬੈਟਰ ਫਿਊਚਰ, ਇਹ ਸਭ ਗੱਲਾਂ ਵੋਟਰਸ ਦੇ ਮਨ ਦੇ ਉੱਤੇ ਡਿਪੈਂਡ ਕਰਦੀਆਂ ਨੇ। ਸੋ ਇਹਦੇ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ। ਔਰ ਇੱਕ ਜੋ ਸਭ ਤੋਂ ਇੰਪੋਰਟੈਂਟ ਗੱਲ ਸਾਹਮਣੇ ਆਉਂਦੀ ਹੈ, ਜਦੋਂ ਆਪਾਂ ਕਹਿੰਦੇ ਹਾਂ ਅਮੀਰ ਗਰੀਬ, ਇਹ ਅੰਤਰ ਵੱਧਦਾ ਪਿਆ ਹੈ। ਔਰ ਕਿਤੇ ਨਾ ਕਿਤੇ ਜੋ ਵੋਟ ਦੇਣ ਵਾਲੇ ਨੇ ਉਹਨਾਂ ਦਾ ਮਨ ਇਹ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਉਹ ਦਮ ਨਹੀਂ ਰਹਿ ਗਿਆ ਅਮਰੀਕਾ ਦੀ। ਔਰ ਕੀ ਹੁੰਦਾ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਵੱਡੇ ਕਾਰਪੋਰੇਟ ਹਾਊਸਿਸ ਨੂੰ ਫੇਵਰ ਕਰਦੀਆਂ ਨੇ, ਆਮ ਲੋਕਾਂ ਦਾ ਨਹੀਂ ਸੋਚਦੀਆਂ, ਕਿਉਂਕਿ ਕਾਰਪੋਰੇਟ ਹਾਊਸਿਸ ਉਹਨਾਂ ਨੂੰ ਫੰਡ ਕਰਦੇ ਨੇ। ਇਸ ਕਰਕੇ ਜਿਹੜੀਆਂ ਪਾਲਿਸੀਜ਼ ਬਣਾਉਂਦੀਆਂ ਨੇ ਉਹ ਕਾਰਪੋਰੇਟ ਹਾਊਸਿਸ ਵਾਸਤੇ ਬਣਾਉਂਦੇ ਨੇ, ਆਮ ਲੋਕਾਂ ਵਾਸਤੇ ਨਹੀਂ ਬਣਦੀਆਂ ਹੈਗੀਆਂ। ਔਰ ਇਹ ਉੱਪਰ ਦੀਆਂ ਜਿਹੜੀਆਂ ਧਿਰਾਂ ਬੈਠੀਆਂ ਨੇ, ਐਲੀਟ ਕਲਾਸ ਬੈਠੀ ਹੈ, ਇਹ ਮਿਲ ਕੇ ਅਮਰੀਕਾ ਨੂੰ ਲੁੱਟਣ ਡਏ ਨੇ ਤੇ ਸਾਡੇ ਪੱਲੇ ਕੱਖ ਨਹੀਂ ਪੈਂਦਾ ਪਿਆ। ਅਸੀਂ ਉਹੀ ਮਜਬੂਰੀਆਂ, ਮਹਿੰਗਾਈ, ਜੌਬਲੈਸ, ਬਸ ਸਾਨੂੰ ਕਿਤੇ ਨਾ ਕਿਤੇ ਸਪੋਰਟ ਮਿਲ ਜਾਂਦੀ, ਉਹ ਵੀ ਇੱਕ ਲਿਮਿਟਡ, ਭਾਵੇਂ ਹੈਲਥ ਕੇਅਰ ਹੈ, ਭਾਵੇਂ ਅਨਇੰਪਲੋਇਮੈਂਟ ਦੇ ਵਾਸਤੇ ਜਿਹੜੀਆਂ ਫੈਸਿਲਿਟੀਜ਼ ਨੇ, ਮਤਲਬ ਇਹ ਸਾਰੀਆਂ ਗੱਲਾਂ ਆਮ ਲੱਗਦੀਆਂ ਪਈਆਂ ਨੇ। ਔਰ ਬਾਟਮ ਲਾਈਨ ਇਹਦੀ ਇਹ ਹੈ ਕਿ ਆਮ ਜਨਤਾ ਦੀ ਪਰਵਾਹ ਨਹੀਂ ਐਡਮਿਨਿਸਟ੍ਰੇਸ਼ਨ, ਗਵਰਨਮੈਂਟ। ਸੋ ਇਹਦੇ ਆਨਸਰ ਦੇ ਵਿੱਚ ਕਮਲਾ ਹੈਰਿਸ ਜ਼ਿਆਦਾ ਹਾਵੀ ਪੈਂਦੇ ਨੇ ਡੋਨਲਡ ਟਰੰਪ ਦੇ ਉੱਤੇ, ਜਦੋਂ ਉਹ ਖੁਦ ਕਹਿੰਦੇ ਨੇ ਕਿ ਮੈਂ ਇਹਨਾਂ ਹਾਲਾਤਾਂ ਨੂੰ ਹੰਡਾਇਆ, ਮੈਂ ਮਿਡਲ ਕਲਾਸ ਫੈਮਿਲੀ ਤੋਂ ਹਾਂ, ਮੈਂ ਤੁਹਾਡੇ ਸਾਰਿਆਂ ਦੇ ਪ੍ਰੈਜ਼ੀਡੈਂਟ ਹਾਂ, ਮੈਂ ਤੁਹਾਡੇ ਸਾਰਿਆਂ ਵਾਸਤੇ ਕੰਮ ਕਰਦਾ। ਔਰ ਇਸ ਕਰਕੇ ਉਹਨਾਂ ਨੇ ਉਹ ਲੋਨ ਦੀ ਸਕੀਮ ਵੀ ਦਿੱਤੀ ਹੈ ਬਲੈਕ ਮੈਨ ਵੋਟਰਸ ਵਾਸਤੇ, ਐਂਟਰਪ੍ਰੈਨਿਓਰਸ ਬਣੋ ਔਰ ਪੈਸੇ ਤੁਹਾਨੂੰ ਦਿੱਤੇ ਜਾਣਗੇ, ਤਕਰੀਬਨ $20,000 ਮਿਲੀਅਨ ਇੱਕ ਬੰਦੇ ਨੂੰ। ਤੇ ਜੇ ਵਾਪਸ ਨਹੀਂ ਕਰ ਸਕੋਗੇ ਤਾਂ ਕੋਈ ਗੱਲ ਨਹੀਂ, ਠੀਕ ਹੈ, ਤੁਸੀਂ ਆਪਣਾ ਕੰਮ ਕਰੋ। ਇਹ ਵੀ ਫੈਸਿਲਿਟੀਜ਼ ਦੇਣ ਦੀ ਗੱਲ ਹੁੰਦੀ ਹੈ। ਔਰ ਨਾਲ ਹਾਊਸਿਸ ਜਿਹੜੇ ਹੋਮਲੈਸ ਨੇ ਉਹਨਾਂ ਵਾਸਤੇ, ਜਾਂ ਜੋ ਫਸਟ ਟਾਈਮ ਬਾਇਰਸ ਨੇ ਉਹਨਾਂ ਵਾਸਤੇ, ਕਮਲਾ ਹੈਰਿਸ ਕਹਿੰਦੇ ਨੇ ਕਿ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਕਿ ਉਹ ਆਪ ਕਿੰਨੀ ਡਾਊਨ ਪੇਮੈਂਟ ਦੇ ਸਕਦੇ ਨੇ, ਗਵਰਨਮੈਂਟ ਵੱਲੋਂ ਕੀ ਸਪੋਰਟ ਹੋ ਸਕਦੀ ਹੈ, ਕੀ ਸਬਸਿਡੀ ਹੋ ਸਕਦੀ ਹੈ, ਕੀ ਸਾਰੀਆਂ ਪਲੈਨਿੰਗਸ ਨੇ, ਲੋਨਸ ਦੀ, ਐਵਰੀਥਿੰਗ ਅਸੀਂ ਸਪੋਰਟ ਕਰਾਂਗੇ ਘਰ ਬਣਾਉਣ ਦੇ ਵਿੱਚ। ਫਸਟ ਟਾਈਮ ਬਾਇਰਸ ਨੂੰ ਸਪੋਰਟ ਕਰਾਂਗੇ, ਤਮਾਮ ਤਰ੍ਹਾਂ ਦੀ ਸਪੋਰਟ ਕਰਾਂਗੇ।
ਔਰ ਡੋਨਲਡ ਟਰੰਪ ਆਪਣਾ ਲੈ ਕੇ ਆਉਂਦੇ ਨੇ, ਕਿਉਂਕਿ ਹਾਊਸਿੰਗ ਕੋਸਟ ਕਿੰਨੀ ਆ ਇਹ ਵੀ ਇੱਕ ਮੁੱਦਾ ਬਣਿਆ ਹੋਇਆ ਇਸ ਵਾਰ ਇਲੈਕਸ਼ਨਸ ਦੇ ਵਿੱਚ। ਤਾਂ ਕਮਲਾ ਹੈਰਿਸ ਆਪਣੀ ਪਾਲਿਸੀ ਦੇ ਰਹੇ ਨੇ ਤੇ ਡੋਨਲਡ ਟਰੰਪ ਦੀ ਪਾਲਿਸੀ ਤੇ ਸਿੱਧੀ ਆ। ਜਿਹੜੇ ਅਨਡਾਕੂਮੈਂਟਡ ਮਾਈਗ੍ਰੈਂਟਸ ਨੇ, ਜਿਹੜੇ ਗੈਰ ਰਜਿਸਟਰਡ ਨਹੀਂ ਹੋਏ ਇਲੀਗਲ ਮਾਈਗ੍ਰੈਂਟਸ ਰਹਿੰਦੇ ਨੇ ਅਮਰੀਕਾ ਦੇ ਵਿੱਚ, ਉਹਨਾਂ ਨੂੰ ਸਭ ਨੂੰ ਕੱਢ ਦੇਣਾ। ਔਰ ਜਦੋਂ ਚਲੇ ਜਾਣਗੇ ਉਹ ਅਮਰੀਕਾ ਦੀ ਧਰਤੀ ਤੋਂ, ਤਾਂ ਘਰ ਖਾਲੀ ਹੋ ਜਾਣਗੇ। ਉਹ ਘਰ ਫਿਰ ਲੋਕਾਂ ਨੂੰ ਦੇ ਦਾਂਗੇ ਜਿਹੜੇ ਮੂਲ ਨਿਵਾਸੀ ਨੇ ਅਮਰੀਕਾ ਦੇ ਤੇ ਜਿਨ੍ਹਾਂ ਕੋਲ ਘਰ ਨਹੀਂ ਹੈਗੇ। ਇਸ ਕਰਕੇ ਉਹਨਾਂ ਦੀ ਪਾਲਿਸੀ ਤਾਂ ਬਿਲਕੁਲ ਸਿੱਧੀ ਹੈ, ਮਾਈਗ੍ਰੈਂਟਸ ਨੂੰ ਕੱਢ ਦਿਓ, ਘਰ ਖਾਲੀ, ਤੇ ਫਿਰ ਜਿਨ੍ਹਾਂ ਕੋਲ ਘਰ ਨਹੀਂ ਹੈਗੇ ਉਹਨਾਂ ਨੂੰ ਘਰ ਦੇ ਦਾਂਗੇ। ਔਰ ਜੋ ਇਕੋਨੋਮਿਸਟ ਨੇ ਅਮਰੀਕਨਸ, ਉਹ ਕਹਿੰਦੇ ਨੇ ਯਾਰ ਇਹ ਕੀ ਹੈ, ਉਹਨਾਂ ਨੇ ਸਿਰੇ ਤੋਂ ਰੱਦ ਕਰ ਦਿੱਤੀ ਹੈ ਇਹ ਵਿਚਾਰਧਾਰਾ ਡੋਨਲਡ ਟਰੰਪ ਦੀ। ਇਹ ਕੀ ਹੋਇਆ? ਇਹ ਕੋਈ ਗਵਰਨਮੈਂਟ ਪਾਲਿਸੀ ਹੋ ਸਕਦੀ ਹੈ? ਗਵਰਨਮੈਂਟ ਪਾਲਿਸੀ ਤੇ ਸਬਸਿਡੀ ਹੈ, ਸਪੋਰਟ ਆ, ਗਵਰਨਮੈਂਟ ਪਾਲਿਸੀ ਇਹ ਤਾਂ ਨਹੀਂ। ਔਰ ਇਸ ਚੀਜ਼ ਨੂੰ ਕਮਲਾ ਹੈਰਿਸ ਕਹਿੰਦੇ ਨੇ ਕਿ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਉਹ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ, ਪਰ ਠੀਕ ਆ, ਉਹਨਾਂ ਨੂੰ ਕੱਢਣ ਦਾ ਤਰੀਕਾ ਤੇ ਗੈਰ ਕਾਨੂੰਨੀ ਨਹੀਂ ਨਾ ਹੋਣਾ ਚਾਹੀਦਾ। ਕਿੱਥੇ ਜਾਣ? ਕੱਢ ਦਿਓ, ਕਿੱਥੇ ਜਾਣ? ਉਹਨਾਂ ਦੀ ਲਾਈਫ ਤਬਾਹ ਕਰ ਦਿਓਗੇ, ਬੱਚਿਆਂ ਦੀ, ਉਹਨਾਂ ਦੀ ਫੈਮਿਲੀ ਦੀ। ਇੱਕ ਮੈਥਡ ਆ, ਠੀਕ ਹੈ, ਜੋ ਗਲਤੀ ਹੋਈ ਹੈ ਜਾਂ ਉਹ ਇਲੀਗਲ ਨੇ, ਵਾਟਐਵਰ, ਉਸ ਨੂੰ ਡੀਲ ਕਰਨ ਦਾ ਇੱਕ ਮੈਥਡ ਹੈ ਅਕੋਰਡਿੰਗ ਟੂ ਕੌਨਸਟੀਟਿਊਸ਼ਨ ਆਫ ਅਮਰੀਕਾ, ਅਕੋਰਡਿੰਗ ਟੂ ਹਿਊਮੈਨਿਟੇਰੀਅਨ ਮੈਥਡਸ। ਇੱਕ ਇਨਸਾਨੀਅਤ ਦੇ ਨਾਤੇ ਵੀ ਫਰਜ਼ ਬਣਦਾ ਕਿ ਕੋਈ ਬੰਦਾ ਆ ਗਿਆ ਤੇ ਹੁਣ ਉਹਨੂੰ ਕੱਢ ਥੋੜ੍ਹਾ ਦੇਣਾ ਹੈ, ਉਹਦੇ ਅੱਗਾ ਫਿਊਚਰ ਵੀ ਤਾਂ ਦੇਖਣਾ, ਉਹਨੂੰ ਕਿਤੇ ਸੇਫ ਤਾਂ ਕਰਨਾ ਹੈ। ਉਹ ਸਾਡਾ ਹਿਊਮੈਨਿਟੇਰੀਅਨ ਗਰਾਊਂਡਸ ਦੇ ਉੱਤੇ, ਕਿਉਂਕਿ ਅਸੀਂ ਅਮਰੀਕਾ ਦੁਨੀਆ ਦਾ ਇੱਕ ਪਾਵਰਫੁਲ ਦੇਸ਼, ਨੰਬਰ 1 ਕੰਟਰੀ ਆ, ਉਸ ਨਾਤੇ ਅਸੀਂ ਕੀ ਮੈਸੇਜ ਦੇ ਰਹੇ ਹਾਂ ਪੂਰੀ ਦੁਨੀਆ ਨੂੰ? ਕਿਉਂਕਿ ਪੂਰੀ ਦੁਨੀਆ ਨੂੰ ਡੈਮੋਕ੍ਰੇਸੀ ਦਾ ਸੰਦੇਸ਼, ਮਾਡਰਨ ਡੈਮੋਕ੍ਰੇਸੀ ਦਾ ਸੰਦੇਸ਼ ਸਾਡੀ ਧਰਤੀ ਤੋਂ ਜਾਂਦਾ ਹੈ, ਔਰ ਅਸੀਂ ਇਹ ਮੈਸੇਜ ਦੇ ਰਹੇ ਹਾਂ ਕਿ ਅਸੀਂ ਲੋਕਾਂ ਨੂੰ ਆਪਣੀ ਧਰਤੀ ਤੋਂ ਕੱਢ ਦਿਆਂਗੇ। ਕਿੱਥੇ ਜਾਣਗੇ? ਇਸ ਚੀਜ਼ ਦੇ ਉੱਤੇ ਵੀ ਡਿਬੇਟ ਚੱਲਦਾ ਪਿਆ। ਸੋ ਇਹ ਇੱਕ ਬੜਾ ਹੀ ਇੰਪੋਰਟੈਂਟ ਇਸ਼ੂ ਬਣ ਜਾਂਦਾ। ਔਰ ਇਹਦੇ ਨਾਲ ਇੱਕ ਇੰਪੋਰਟੈਂਟ ਇਸ਼ੂ ਹੋਰ ਵੀ ਬਣਦਾ ਕਿ ਵਾਲ ਸਟਰੀਟ, ਜਿਹੜਾ ਆਪਾਂ ਪਹਿਲਾਂ ਇੱਕ ਨੁਕਤਾ ਛੇੜਿਆ ਸੀ, ਵਾਲ ਸਟਰੀਟ ਕੀ ਕਹਿੰਦੀ ਆ? ਵਾਲ ਸਟਰੀਟ ਕਿਤੇ ਨਾ ਕਿਤੇ ਸ਼ਰਤਾਂ ਲਗਾ ਰਹੇ ਨੇ, ਕਿਉਂਕਿ ਮਾਰਕੀਟ ਹੈ ਨਾ, ਮਾਰਕੀਟ ਦੇ ਵਿੱਚ ਸ਼ਰਤਾਂ ਲੱਗਦੀਆਂ ਹੁੰਦੀਆਂ ਨੇ, ਬੈਟ ਹੁੰਦੀ ਆ, ਔਰ ਉਹਦੇ ਵਿੱਚ ਟਰੰਪ ਦੀ ਜਿੱਤ ਦੇ ਉੱਤੇ ਬੈਟ ਜ਼ਿਆਦਾ ਲੱਗਦੀ ਪਈ ਹੈ, ਕਿਉਂਕਿ ਉਹਨਾਂ ਨੂੰ ਉਮੀਦ ਆ ਕਿ ਟਰੰਪ ਜਿੱਤ ਸਕਦੇ ਨੇ, ਉਹਨਾਂ ਦੇ ਚਾਂਸਸ ਜ਼ਿਆਦਾ ਨੇ, ਜਾਂ ਕਨਵਿੰਸ ਨੇ ਪੂਰੀ ਤਰ੍ਹਾਂ ਨਾਲ ਵਾਲ ਸਟਰੀਟ। ਕਿਉਂਕਿ ਜਿੱਦਾਂ ਇਲੈਕਸ਼ਨਸ ਨੇੜੇ ਆ ਰਹੀਆਂ ਨੇ, ਤਕਰੀਬਨ ਹਫਤਾ ਹੀ ਰਹਿ ਗਿਆ, ਕਿਉਂਕਿ ਜਿਹੜਾ ਦਿਨ ਚੜ੍ਹ ਗਿਆ ਉਹ ਤਾਂ ਦਿਨ ਗਿਆ। ਸਿਆਣੇ ਇਹੀ ਕਹਿੰਦੇ ਨੇ, ਜਿਹੜਾ ਦਿਨ ਚੜ੍ਹਿਆ ਉਹ ਤਾਂ ਗਿਆ, ਜਿਹੜਾ ਬਾਕੀ ਰਹਿ ਗਿਆ ਉਹ ਦੇਖੋ, 7 ਦਿਨ। ਸੋ ਇਹਨਾਂ 7 ਦਿਨਾਂ ਦੇ ਵਿੱਚ ਕੀ ਗੇਮ ਹੋ ਸਕਦੀ ਆ? ਇਹਦੇ ਵਿੱਚ ਜਿਹੜੀਆਂ ਯੂਨਾਈਟਿਡ ਸਟੇਟਸ ਦੀਆਂ ਕੰਪਨੀਜ਼ ਨੇ, ਜਿਹੜੀਆਂ ਯੂਨਾਈਟਿਡ ਸਟੇਟਸ ਤੋਂ ਆਪਰੇਟ ਕਰਦੀਆਂ ਨੇ, ਉਹ ਕੰਪਨੀਜ਼, ਉਹਨਾਂ ਨੂੰ ਕੀ ਫਾਇਦਾ ਹੋਏਗਾ? ਉਹਨਾਂ ਦੇ ਸਟਾਕਸ ਨੂੰ, ਉਹਨਾਂ ਦੇ ਸ਼ੇਅਰਸ ਨੂੰ ਕੀ ਫਾਇਦਾ ਹੋਏਗਾ? ਇੱਥੇ ਵਾਲ ਸਟਰੀਟ ਇੱਕ ਸ਼ਬਦ ਲੈ ਕੇ ਆਉਂਦੀ ਹੈ, ਟਰੰਪ ਇਫੈਕਟ। ਟਰੰਪ ਦਾ ਟ੍ਰੇਡ ਦੇ ਉੱਤੇ ਕੀ ਇਫੈਕਟ ਹੋਏਗਾ? ਜਿੱਦਾਂ ਉਹ ਟੈਰਿਫਸ ਦੀ ਗੱਲ ਕਰਦੇ ਨੇ, ਜਿਸ ਤਰ੍ਹਾਂ ਉਹ US ਦੇ ਟੈਕਸ ਸਿਸਟਮ ਦੀ ਗੱਲ ਕਰਦੇ ਨੇ, ਜਿਸ ਤਰ੍ਹਾਂ ਉਹਨਾਂ ਨੂੰ ਇੰਪੋਜ਼ ਕਰਨ ਦੀ ਗੱਲ ਕਰਦੇ ਨੇ, ਕਿੱਦਾਂ ਟੈਕਸ ਲਗਾਏ ਜਾਣਗੇ, ਜਿੱਦਾਂ ਡਾਲਰ ਦੇ ਵਾਸਤੇ ਉਹ ਕਿੱਦਾਂ ਦੇ ਪਾਲਿਸੀਜ਼ ਬਣਾਉਣਗੇ ਤਾਂ ਕਿ ਡਾਲਰ ਸਰਵਾਈਵ ਕਰੇ ਇੰਟਰਨੈਸ਼ਨਲ ਦੇ ਮਾਰਕੀਟ ਦੇ ਵਿੱਚ। ਇਸ ਦੇ ਉੱਤੇ ਗੱਲ ਕਰਦੇ ਨੇ। ਜਿਵੇਂ ਬ੍ਰਿਕਸ ਕੰਟਰੀਜ਼ ਆਪਣੀ ਕਰੰਸੀ ਦੇ ਵਿੱਚ ਕਰਨੀਆਂ ਚਾਹੁੰਦੀਆਂ ਨੇ ਟ੍ਰੇਡ, ਪਰ ਡਾਲਰ ਦਾ ਕਾਇਮ ਰਹਿਣਾ ਜ਼ਰੂਰੀ ਹੈ ਫॉर द ਸਿਕਿਉਰਿਟੀ ਆਫ ਦ ਇੰਟਾਇਰ ਵਰਲਡ, ਕਿਉਂਕਿ ਮੰਨਿਆ ਜਾਂਦਾ ਹੈ ਕਿ ਇੱਕ ਸੇਫੈਸਟ ਕਰੰਸੀ ਆ ਡਾਲਰ। ਜੇ ਇਹ ਹਿੱਲਿਆ ਤੇ ਪੂਰੀ ਦੁਨੀਆ ਦੀ ਇਕੋਨਮੀ ਹਿੱਲ ਜਾਣੀ ਆ। ਇੱਕ ਕਾਮਨ ਕਰੰਸੀ ਹੈ ਇਹ। ਸੋ ਇਸ ਦੇ ਉੱਤੇ ਡੋਨਲਡ ਟਰੰਪ ਦੀਆਂ ਪਾਲਿਸੀਜ਼, ਔਰ ਜਿਸ ਤਰ੍ਹਾਂ ਉਹ ਸਾਰੀ ਸਟ੍ਰੈਟਜੀ ਬਣਾਉਂਦੇ ਨੇ, ਉਹਨਾਂ ਨਾਲ ਕੀ ਹੁੰਦਾ ਕਿ ਜਿਹੜੀਆਂ ਯੂਰਪੀਅਨ ਕੰਪਨੀਜ਼ ਨੇ, ਉਹਨਾਂ ਨੂੰ ਪੈਸਾ ਹੋਰ ਲਗਾਉਣਾ ਪੈਂਦਾ ਮਾਰਕੀਟ ਦੇ ਵਿੱਚ ਆਪਣੇ ਸ਼ੇਅਰਸ ਨੂੰ ਸਟੇਬਲ ਕਰਨ ਵਾਸਤੇ, ਕਿਉਂਕਿ ਅਮਰੀਕਾ ਨੂੰ ਇਸ ਤਰ੍ਹਾਂ ਸੇਫ ਕਰਦੇ ਨੇ ਕਿ ਬਾਕੀ ਕੰਪਨੀਆਂ ਹਿੱਲ ਜਾਂਦੀਆਂ ਨੇ। ਇਹ ਡੋਨਲਡ ਟਰੰਪ ਦੀ ਪਾਲਿਸੀ ਹੈ, ਸਟ੍ਰੈਟਜੀ ਹੈ। ਇਹਨੂੰ ਟਰੰਪ ਇਫੈਕਟ ਕਹਿੰਦੇ ਨੇ। ਟਰੰਪ ਦਾ ਟ੍ਰੇਡ ਕਰਨ ਦਾ ਟ੍ਰੇਡ ਵਾਰ ਕਰਨ ਦਾ ਤਰੀਕਾ ਕਹਿੰਦੇ ਨੇ। ਔਰ ਇਸ ਦਾ ਇਫੈਕਟ ਇਹ ਹੋ ਸਕਦਾ ਹੈ ਕਿ ਅਮਰੀਕਾ ਦੀ ਇਕੋਨਮੀ ਔਰ ਅਮਰੀਕਾ ਦੀ ਜਿਹੜੀ ਕੰਪਨੀ ਹੈ, ਉਹਨਾਂ ਨੂੰ ਜ਼ਿਆਦਾ ਪੈਸਾ, ਜ਼ਿਆਦਾ ਇਨਵੈਸਟਮੈਂਟਸ ਮਿਲ ਸਕਦੀਆਂ ਨੇ, ਔਰ ਹੱਲਾਸ਼ੇਰੀ ਮਿਲ ਸਕਦੀ ਹੈ ਇਨਵੈਸਟਰਸ ਨੂੰ ਜ਼ਿਆਦਾ ਪੈਸਾ ਲਗਾਉਣ ਦੀ ਇਕੋਨਮੀ ਦੇ ਵਿੱਚ, ਕੰਪਨੀਜ਼ ਦੇ ਵਿੱਚ, ਸ਼ੇਅਰਸ ਦੇ ਵਿੱਚ, ਸਟਾਕਸ ਦੇ ਵਿੱਚ। ਇਸ ਕਰਕੇ ਇਹ ਹਿੱਟ ਕਰਦਾ ਹੈ ਮਾਰਕੀਟ ਨੂੰ, ਟਰੰਪ ਇਫੈਕਟ, ਟਰੰਪ ਦੀ ਟ੍ਰੇਡ ਕਰਨ ਦੀ ਪਾਲਿਸੀ। ਔਰ US ਟੈਕਸ ਸਿਸਟਮ ਨੂੰ ਕਿੱਦਾਂ ਖਲੇਰਨਾ ਹੈ, ਕਿੱਦਾਂ ਇੰਪੋਜ਼, ਖਲੇਰਨਾ ਮਤਲਬ ਕਿੱਦਾਂ ਸਭ ਦੇ ਉੱਤੇ ਲਾਗੂ ਕਰਨਾ ਹੈ, ਕਿੱਦਾਂ ਟੈਰਿਫਸ ਲਗਾਉਣੇ ਨੇ, ਔਰ ਕਿੱਦਾਂ ਆਪਣੀ ਲੋਕਲ ਇੰਡਸਟਰੀ ਨੂੰ ਬਚਾਉਣਾ ਹੈ। ਕਿਉਂਕਿ ਡੋਨਲਡ ਟਰੰਪ ਬਿਜ਼ਨਸ ਕਲਾਸ ਤੋਂ ਨੇ, ਹੀ ਇਜ਼ ਪ੍ਰੈਟੀ ਸਮਾਰਟ। ਮਾਰਕੀਟ ਖੇਡਣੀ ਉਹਨਾਂ ਨੂੰ ਆਉਂਦੀ ਹੈ। ਇਸ ਇਫੈਕਟ ਨੂੰ ਲੈ ਕੇ ਉਹ ਕਹਿੰਦੇ ਨੇ ਕਿ ਚਾਂਸਿਸ ਇਹ ਬਣਦੇ ਨੇ ਵਾਲ ਸਟਰੀਟ ਦੇ ਮੁਤਾਬਿਕ ਡੋਨਲਡ ਟਰੰਪ ਜਿੱਤ ਸਕਦੇ ਨੇ। ਸੋ ਸਭ ਦੀ ਆਪਣੀ ਆਪਣੀ ਰਾਏ ਹੈ, ਕਿਉਂਕਿ ਹਰੇਕ ਆਪਣੀ ਆਪਣੀ ਗੱਲ ਲੈ ਕੇ ਚੱਲਦਾ।
ਔਰ ਦੂਜੀ ਗੱਲ ਜਿਹੜੇ ਸਿੱਧੀ ਪੱਧਰੀ ਗੱਲ ਇਹ ਹੈ ਪੋਲੀਟੀਕਲੀ, ਇਹ ਇਕਨੋਮਿਕਲੀ ਗੱਲ ਆਪਾਂ ਕੀਤੀ ਆ, ਆਪਾਂ ਪੋਲੀਟੀਕਲੀ ਜੇ ਗੱਲ ਕਰੀਏ ਤਾਂ ਡੈਮੋਕ੍ਰੇਸੀ ਦਾ ਕੀ ਹਾਲ ਹੋਏਗਾ, ਡੈਮੋਕ੍ਰੇਸੀ ਦੇ ਲਈ ਡੋਨਲਡ ਟਰੰਪ ਦੇ ਵਿਚਾਰ ਕੀ ਨੇ, ਔਰ ਡੋਨਲਡ ਟਰੰਪ ਡੈਮੋਕ੍ਰੇਸੀ ਵਾਸਤੇ ਖਤਰਾ ਨੇ ਜਾਂ ਖਤਰਾ ਨਹੀਂ ਨੇ, ਇਹ ਵੀ ਸਾਰੇ ਵਿਚਾਰ ਚੱਲਦੇ ਪਏ ਨੇ। ਸੋ ਇਹ ਮਿਕਸਿੰਗ ਆ, ਹੁਣ ਇਹ ਮਿਕਸਿੰਗ ਇਹ ਕਾਫੀ ਚੱਲਦੀ ਰਹਿਣੀ ਹੈ, ਡਿਸਕਸ਼ਨ ਚੱਲਦੀ ਰਹਿਣੀ ਹੈ, ਹਰੇਕ ਨੇ ਆਪਣੀ ਆਪਣੀ ਰਾਏ ਆਪਣੀ ਆਪਣੀਆਂ ਦਲੀਲਾਂ ਦਿੰਦੇ ਰਹਿਣਾ, ਪਰ ਨੈਟ ਰਿਜ਼ਲਟ ਤੇ ਉਦੋਂ ਹੀ ਆਉਣਾ ਨਾ ਜਦੋਂ ਇਲੈਕਸ਼ਨਸ ਹੋ ਗਈਆਂ, ਉਹਦੇ ਵਿੱਚ ਜਿਹੜਾ ਰਿਜ਼ਲਟ ਆਇਆ, ਜੋ ਜਿੱਤ ਗਿਆ ਉਹ ਜਿੱਤ ਗਿਆ, ਜੋ ਹਾਰ ਗਿਆ ਉਹ ਹਾਰ ਗਿਆ। ਇਹ ਜਿਹੜੇ ਸਾਰੇ ਐਨਾਲਿਸਿਸ ਨੇ, ਸਾਰੀਆਂ ਗੱਲਾਂ ਬਾਤਾਂ ਧਰੀਆਂ ਧਰਾਈਆਂ ਰਹਿ ਜਾਣੀਆਂ ਨੇ। ਜਿਹੜਾ ਗੇਮ ਲੈ ਗਿਆ ਲੈ ਗਿਆ, ਜਿਹੜਾ ਖੁੰਝ ਗਿਆ ਉਹ ਖੁੰਝ ਗਿਆ, ਗੱਲ ਖਤਮ। ਗੱਲ ਤਾਂ ਇੱਥੇ ਹੀ ਆ। ਨਾਓ ਹੁਣ ਇਹ ਸਾਰੀਆਂ ਗੱਲਾਂ ਬਾਤਾਂ ਲੈ ਕੇ ਆਪਾਂ ਅੱਗੇ ਵੱਧਦੇ ਪਏ ਹਾਂ। ਬਿਜ਼ਨਸ ਕਲਾਸ ਦੀ ਗੱਲ ਕੀਤੀ, ਵਾਲ ਸਟਰੀਟ ਦੀ ਗੱਲ ਕੀਤੀ, ਤਾਂ ਐਲਨ ਮਸਕ ਦੀ ਗੱਲ ਜ਼ਰੂਰੀ ਹੈ। ਐਲਨ ਮਸਕ ਜਿਸ ਦਾ ਸਪੋਰਟ ਕਰ ਰਹੇ ਨੇ, $1 ਮਿਲੀਅਨ ਦੀ ਗੱਲ ਵੀ ਆਈ, ਡਿਪਾਰਟਮੈਂਟ ਆਫ ਜਸਟਿਸ ਨੇ ਉਹਨਾਂ ਨੂੰ ਅਲਾਰਮ ਵੀ ਕੀਤਾ ਵੀ ਆਹ ਕੀ ਕਰਦੇ ਪਏ ਹੋ, ਇਹ ਵੀ ਤਮਾਮ ਗੱਲਾਂ ਆਈਆਂ। ਨਾਓ ਇੱਕ ਗੱਲ ਹੋਰ ਵੀ ਆ ਰਹੀ ਆ ਕਿ ਪਿਛਲੇ 2 ਸਾਲਾਂ ਦੇ ਵਿੱਚ ਐਲਨ ਮਸਕ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਨਾਲ ਕਿੰਨੀ ਕੁ ਵਾਰ ਮੁਲਾਕਾਤ ਕੀਤੀ, ਕਿੰਨੀ ਕੁ ਵਾਰ ਗੱਲਬਾਤ ਕੀਤੀ, ਔਰ ਕਿਸ ਮੌਕੇ ਦੇ ਉੱਤੇ ਕੀ ਗੱਲ ਹੋਈ ਆ, ਇਹ ਵੀ ਗੱਲ ਆ ਰਹੀ ਹੈ। ਕਿਉਂਕਿ ਜਿੱਦਾਂ ਗੱਲ ਆ ਰਹੀ ਡੋਨਲਡ ਟਰੰਪ ਦੀ ਕੀ ਰਿਲੇਸ਼ਨਸ ਨੇ ਉਹਨਾਂ ਦੇ ਪੁਤਿਨ ਦੇ ਨਾਲ, ਔਰ ਜਦੋਂ ਉਹ ਨਹੀਂ ਰਹੇ ਪ੍ਰੈਜ਼ੀਡੈਂਟ ਆਫ ਅਮਰੀਕਾ ਉਸ ਤੋਂ ਬਾਅਦ ਵੀ ਉਹਨਾਂ ਨੇ ਕੀ ਰਿਲੇਸ਼ਨਸ ਰੱਖੇ ਨੇ ਪੁਤਿਨ ਦੇ ਨਾਲ ਔਰ ਦੁਨੀਆ ਭਰ ਦੇ ਡਿਕਟੇਟਰਸ ਦੇ ਨਾਲ। ਕਿਉਂਕਿ ਕਿਤੇ ਨਾ ਕਿਤੇ ਉਹੀ ਗੱਲ ਜੁੜਦੀ ਹੈ ਜੋ ਜੋ ਬਾਈਡਨ ਵੀ ਐਂਡੋਰਸ ਕਰ ਚੁੱਕੇ ਨੇ ਕਿ ਡੈਮੋਕ੍ਰੇਸੀ ਨੂੰ ਖਤਰਾ ਹੋ ਸਕਦਾ ਹੈ ਡੋਨਲਡ ਟਰੰਪ ਦੇ ਕਾਰਨ, ਔਰ ਕਮਲਾ ਹੈਰਿਸ ਇਸ ਨੂੰ ਕਾਫੀ ਜ਼ਿਆਦਾ ਪ੍ਰਮੋਟ ਕਰ ਰਹੇ ਨੇ ਗੱਲ ਨੂੰ, ਔਰ ਇਹ ਡੋਨਲਡ ਟਰੰਪ ਦੇ ਖਿਲਾਫ ਵੀ ਜਾ ਰਹੀ ਆ, ਇਹ ਵੀ ਆਪਾਂ ਸਾਰੇ ਜਾਣਦੇ ਹਾਂ। ਨਾਓ ਐਲਨ ਮਸਕ ਇਸ ਤਸਵੀਰ ਦੇ ਵਿੱਚ ਉੱਭਰ ਕੇ ਆਏ ਨੇ ਕਿ ਕਿੱਦਾਂ ਦੀਆਂ ਕਨਵਰਸੇਸ਼ਨਸ, ਕਿੱਦਾਂ ਦੀ ਗੱਲਬਾਤ ਹੁੰਦੀ ਰਹੀ ਹੈ ਪੁਤਿਨ ਦੇ ਨਾਲ। ਸੋ ਐਲਨ ਮਸਕ ਕਹਿੰਦੇ ਨੇ ਕਿ ਮੈਂ ਤਾਂ ਸਿਰਫ ਜੋ ਯੂਕਰੇਨ ਦੇ ਅੰਦਰ ਵਾਰ ਕ੍ਰਾਈਮਸ ਹੋ ਰਹੇ ਨੇ ਉਹਨਾਂ ਦੇ ਉੱਤੇ ਗੱਲਬਾਤ ਹੋ ਸਕਦੀ ਹੈ, ਉਹ ਗੱਲ ਕੀਤੀ। ਔਰ ਡੋਨਲਡ ਟਰੰਪ ਵੀ ਜਨਰਲ ਗੱਲ ਕਰਦੇ ਨੇ ਵਾਰ ਨੂੰ ਕਿੱਦਾਂ ਸਟਾਪ ਕਰਨਾ ਚਾਹੀਦਾ, ਉਹ ਗੱਲ ਕੀਤੀ। ਬਾਕੀ ਕਹਿੰਦੇ ਨੇ ਕਿ ਅਸੀਂ ਇਹਦੇ ਉੱਤੇ ਕੋਈ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ, ਪ੍ਰਾਈਵੇਟ ਵੀ ਹੁੰਦਾ, ਇੰਟਰਨਲ ਮੈਟਰਸ ਨੇ। ਪਰ ਸਵਾਲ ਇੱਥੇ ਇਹ ਹੁੰਦਾ ਕਿ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਨੂੰ ਕੀ ਖਤਰਾ ਹੋ ਸਕਦਾ ਹੈ ਇਸ ਦੇ ਨਾਲ ਕਿ ਐਲਨ ਮਸਕ ਪੁਤਿਨ ਦੇ ਨਾਲ ਰਿਲੇਸ਼ਨਸ ਰੱਖਦੇ ਨੇ, ਡੋਨਲਡ ਟਰੰਪ ਪੁਤਿਨ ਦੇ ਨਾਲ ਰਿਲੇਸ਼ਨਸ ਰੱਖਦੇ ਨੇ। ਕਿਉਂਕਿ ਅਮਰੀਕਾ ਦੀ ਜਿਹੜੀ ਸੀਕ੍ਰੇਟ ਏਜੰਸੀਜ਼ ਨੇ ਉਹਨਾਂ ਦਾ ਇਹ ਕਹਿਣਾ ਕਿ ਅਮਰੀਕਾ ਦੇ ਖਿਲਾਫ, ਨਾਟੋ ਦੇ ਖਿਲਾਫ ਰਸ਼ੀਆ, ਚਾਈਨਾ, ਨਾਰਥ ਕੋਰੀਆ, ਈਰਾਨ ਇੱਕ ਲੌਬੀ ਬਣ ਕੇ ਉੱਭਰਦੇ ਪਏ ਨੇ। ਔਰ ਜੋ ਬਾਈਡਨ ਨੇ ਵੀ ਆਪਣੀਆਂ ਜਿਹੜੀਆਂ ਸਪੇਸ ਫੋਰਸਿਸ ਨੇ ਉਹਨਾਂ ਨੂੰ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਤੁਸੀਂ ਅਲਰਟ ਰਹੋ, ਠੀਕ ਹੈ ਨਾ, ਮਤਲਬ ਤਿਆਰ ਬਰ ਤਿਆਰ, ਕਿਸੇ ਵਕਤ ਵੀ ਕੁਝ ਵੀ ਹੋ ਸਕਦਾ, ਮਾਹੌਲ ਸੈਂਸਿਟਿਵ ਆ। ਸੋ ਇੱਥੇ ਆ ਕੇ ਸਿੰਪਲ ਇਹ ਗੱਲ ਬਣਦੀ ਆ ਕਿ ਅਮਰੀਕਾ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਹੈ ਉਹਨੂੰ ਕੀ ਖਤਰਾ ਹੋ ਸਕਦਾ ਹੈ। ਔਰ ਉਸ ਸੰਦਰਭ ਦੇ ਵਿੱਚ ਦੇਖਿਆ ਜਾਵੇ ਤਾਂ ਡੋਨਲਡ ਟਰੰਪ ਤੇ ਐਲਨ ਮਸਕ ਤੇ ਇਹਨਾਂ ਦੀ ਰਿਲੇਸ਼ਨਸ਼ਿਪ ਕਿੱਥੇ ਖੜੀ ਆ, ਔਰ ਇਸ ਰੋਸ਼ਨੀ ਦੇ ਵਿੱਚ ਦੇਖਿਆ ਜਾਵੇ ਤਾਂ ਫਿਰ ਅਮਰੀਕਾ ਦੀ ਡੈਮੋਕ੍ਰੇਸੀ ਦੇ ਉੱਤੇ ਇਹਨਾਂ ਦੀ ਮੌਜੂਦਗੀ ਦਾ ਕੀ ਅਸਰ ਪੈ ਸਕਦਾ। ਸਵਾਲ ਫਿਰ ਉੱਥੇ ਆ ਗਿਆ ਘੁੰਮ ਕੇ, ਕੌਣ ਜਿੱਤੇਗਾ ਕੌਣ ਹਾਰੇਗਾ ਇੰਪੋਰਟੈਂਟ ਇਹ ਨਹੀਂ ਹੈ। ਇੰਪੋਰਟੈਂਟ ਇਹ ਹੈ ਕਿਹਨੂੰ ਜਿੱਤਣਾ ਚਾਹੀਦਾ ਹੈ ਤੇ ਕਿਹਨੂੰ ਹਾਰਨਾ ਚਾਹੀਦਾ, ਔਰ ਇਹ ਡਿਸਾਈਡ ਕਰਨਗੇ ਅਮਰੀਕਾ ਦੇ ਵੋਟਰਸ, 24.4 ਕਰੋੜ ਐਲੀਜੀਬਲ ਵੋਟਰਸ। ਸਵਿੰਗ ਸਟੇਟਸ ਹੋਣ, ਕੋਈ ਵੀ ਸਟੇਟਸ ਹੋਣ, ਪੂਰਾ ਇਲਾਕਾ 24.4 ਕਰੋੜ ਵੋਟਰਸ ਇਹਨਾਂ ਨੇ ਡਿਸਾਈਡ ਕਰਨਾ। ਤੁਸੀਂ ਕੀ ਵਿਚਾਰ ਰੱਖਦੇ ਹੋ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ? ਜ਼ਰੂਰ ਸਾਨੂੰ ਆਪਣੇ ਵਿਚਾਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਡੀਆ ਇੰਟਰਨੈਸ਼ਨਲ, ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।